वाहिगुरु जी का खालसा वाहिगुरु जी की फतेह। रहनी रह सोई सिख मेरा, ओ साहब मैं उसका चेरा। रहत बिना न सिख कहावै, रहत बिना दर चोटा खावै। प्रथम रहत यह जान खंडे की पौल शकै, सोई सिंह प्रधान अवर ना पौल जो लह। प्रोग्राम ਅੰਮ੍ਰਿਤ ਗੁਰ ਤੇ ਪਾਇਆ ਲੈ ਕੇ ਆਪ ਜੀ ਦੇ ਸਨਮੁਖ ਹੋਏ ਹਾਂ। ਸੋ ਦੇਸਾਂ ਵਿਦੇਸਾਂ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪ ਜੀ ਦੇ ਨਾਲ ਇਸ ਪ੍ਰੋਗਰਾਮ ਵਿੱਚ ਅੱਜ ਸਾਂਝ ਪਾ ਰਹੇ ਨੇ ਸਾਡੇ ਸਤਿਕਾਰਯੋਗ ਮੇਰੇ ਸੱਜੇ ਹੱਥ ਬੈਠੇ ਨੇ ਪੰਥ ਦੀ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ। ਮੇਰੇ ਖੱਬੇ ਹੱਥ ਬੈਠੇ ਨੇ ਮੇਰੇ ਵੀਰ ਜੀ ਭਾਈ ਭੀਮ ਸਿੰਘ ਜੀ, ਜੋ ਇੰਡੀਆ ਤੋਂ ਆਏ ਨੇ ਤੇ ਅੱਜ ਵਾਪਸੀ ਇਹਨਾਂ ਦੀ। ਤੇ ਉਸ ਤੋਂ ਅਗਲੇ ਪਾਸੇ ਬੈਠੇ ਨੇ ਮੇਰੇ ਆਪ ਜੀ ਦੇ ਸਾਰਿਆਂ ਦੇ ਜਾਣੇ ਪਛਾਣੇ ਭਾਈ ਜਸਮੇਰ ਸਿੰਘ ਜੀ ਹੋਠੀ। ਸਾਰਿਆਂ ਨੂੰ ਆਪਾਂ ਅਕਾਲ ਚੈਨਲ ਤੇ ਜੀ ਆਇਆਂ ਕਹਿੰਦੇ ਹੋਏ ਫਤਿਹ ਬੁਲਾਉਂਦੇ ਹਾਂ। ਆਓ ਗੁਰੂ ਸਵਾਰਿਓ ਫਤਿਹ ਦੀ ਸਾਂਝ ਪਾਈਏ। ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਹਰ ਸ਼ਨੀਵਾਰ ਸ਼ਾਮ ਨੂੰ 7 ਤੋਂ 8 ਵਜੇ ਤੱਕ ਸਰਵਣ ਕਰਦੇ ਹੋ ਅੰਮ੍ਰਿਤ ਗੁਰ ਤੇ ਪਾਇਆ। ਸੋ ਇਸ ਪ੍ਰੋਗਰਾਮ ਵਿੱਚ ਮੈਂ ਅੱਜ ਜਿੱਥੇ ਸਾਡੇ ਸਤਿਕਾਰਯੋਗ ਗਿਆਨੀ ਜੀ ਗਿਆਨੀ ਰਣਜੀਤ ਸਿੰਘ ਜੀ ਆਏ ਹਨ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਜੋ ਨਿਯਮ ਉਪਨਿਯਮ ਸਾਨੂੰ ਦਰਸਾਏ, ਜਿਸ ਨੂੰ ਰਹਿਤ ਮਰਿਆਦਾ ਆਖਦੇ ਹਾਂ, ਸਤਿਗੁਰੂ ਜੀ ਨੇ ਆਪ ਆਪਣੇ ਹਸਤ ਕਮਲਾਂ ਦੇ ਨਾਲ ਜੋ ਲਿਖਿਆ ਹੈ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਸ੍ਰੀ ਮੁਖਵਾਕ ਸਿੱਖੀ ਰਹਿਤ ਹੈ, ਜੋ ਫੁਟਕਲ ਕਵਿਤ ਜਿਹੜੇ ਨੇ ਉਹਨਾਂ ਵਿੱਚ ਹੈ, ਨਿਸ਼ਾਨੇ ਸਿੱਖੀ 5 ਹਰਫ ਅਸ ਕਾਫ, ਹਰਗਜ ਨਾ ਬਾਸ ਈ ਪੰਜੇ ਮਵਾਫ, ਕੜਾ ਕਾਰਦੋ ਕੱਚ ਕੰਗੇ ਬਿੰਦਾ, ਬਿਲਾ ਕੇਸ ਹੇਚ ਅਸ ਜੁਮਲੇ ਨਿਸ਼ਾ। ਸੋ ਗਿਆਨੀ ਜੀ ਆਪ ਸਿੱਖ ਸੰਗਤਾਂ ਨੂੰ ਇਸ ਬਾਰੇ ਥੋੜਾ ਵਿਆਖਿਆ ਕਰਕੇ ਸੁਣਾਓ ਜੀ, ਜੋ ਸਤਿਗੁਰੂ ਜੀ ਨੇ ਸਾਡੇ ਵਾਸਤੇ ਕੀ ਹੁਕਮ ਕੀਤਾ ਹੈ ਕਕਾਰ ਧਾਰਨ ਕਰਨ ਵਾਸਤੇ। ਆਪ ਥੋੜਾ ਜਿਹਾ ਸੰਗਤਾਂ ਨੂੰ ਇਸ ਬਾਰੇ ਚਾਨਣਾ ਪਾਓ ਜੀ। ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ। ਪਰਮ ਸਤਿਕਾਰਯੋਗ ਸਰੋਤਾ ਜਨੋਂ ਸਾਰੇ ਵੀਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਦਾਸ ਸਰੀਰ ਹਾਜ਼ਰ ਹੈ, ਕਿਰਪਾ ਕਰਕੇ ਮਹਾਰਾਜ ਸਾਹਿਬ ਇਸ ਬੋਲਣ ਦੀ ਸੇਵਾ ਲੈ ਲੈਣ। ਵੀਰ ਜੀ ਨੇ ਹੁਕਮ ਲਾਇਆ ਕਲਗੀਧਰ ਦੇ ਬਚਨ ਜੋ ਅੰਮ੍ਰਿਤ ਮਹਾਰਾਜ ਸਾਹਿਬ ਨੇ ਛਕਾਇਆ, ਅੰਮ੍ਰਿਤ ਪਰਮੇਸ਼ਰ ਦਾ ਨਾਮ ਹੈ, ਉਸ ਤੋਂ ਉੱਤੇ ਕੋਈ ਹੋਰ ਦੁਨੀਆ ਦਾ ਅੰਮ੍ਰਿਤ ਨਹੀਂ। ਅਤੇ ਅੰਮ੍ਰਿਤ ਛਕਣ ਨਾਲ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਪੰਜ ਪਿਆਰਿਆਂ ਕੋਲੋਂ। ਜਿਸ ਨਾਮ ਨੂੰ ਜਪ ਕਰਕੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਜੀਵ ਬੇਅੰਤ ਮੁਕਤੀ ਨੂੰ ਪ੍ਰਾਪਤ ਹੋਏ ਨੇ ਤੇ ਗਾਂ ਹੋਣਗੇ। ਭਾਵੇਂ ਸਮੇਂ ਸਮੇਂ ਅਨੁਸਾਰ ਹੋਰ ਸਾਧਨ ਵੀ ਦੁਨੀਆ ਦੇ ਚੰਗੇ ਸਨ, ਪਰ ਖਾਸ ਕਰਕੇ ਕਲਯੁਗ ਵਿੱਚ ਪਰਮੇਸ਼ਰ ਦੇ ਨਾਮ ਨੂੰ ਬਹੁਤੀ ਪ੍ਰਧਾਨਤਾ ਦਿੱਤੀ ਹੈ। ਸਤਿਯੁਗ ਸਤਿਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दड़े, कल केवल नाम आधार। अब कलु आयो रे, एक नाम बोवहो आन रुत नाही, मत भरम भूलो भूलो। ਅੰਮ੍ਰਿਤ ਛਕਣ ਦਾ ਮਕਸਦ ਹੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰਨੀ, ਇਸ ਨੂੰ ਜਪਣਾ ਤੇ ਧਰਮ ਵਿੱਚ ਪ੍ਰਪੱਕ ਹੋਣਾ। ਧਰਮ ਦੀ ਤੇ ਸਮਰਥ ਦੀ ਤੇ ਰਹਿਤ ਦੀ ਰਾਖੀ ਲਈ ਸਤਿਗੁਰੂ ਜੀ ਨੇ ਇਹ ਸਾਨੂੰ ਪੰਜ ਕਕਾਰ ਨਾਲ ਬਖਸ਼ ਕੀਤੇ ਨੇ, ਜਿਹੜੇ ਸਿੱਖ ਵਾਸਤੇ ਅਤ ਅੰਤ ਜ਼ਰੂਰੀ ਨੇ। ਇਹਨਾਂ ਕਕਾਰਾਂ ਦੀ ਮਹਾਰਾਜ ਸਾਹਿਬ ਜੋ ਮਹਾਨਤਾ ਬਖਸ਼ੀ ਹੈ, ਸਿੱਖੀ ਨਿਸ਼ਾਨੇ ਹਰਫ ਅਸਤ ਪੰਜ ਕਾਫ ਪੰਜ ਕੱਕਿਆਂ ਨੂੰ ਕਿਹਾ ਹੈ। ਸਿੱਖੀ ਦੀ ਰਮਤਾ ਭਾਵੇਂ ਮਹਾਰਾਜ ਸਾਹਿਬ ਜੀ ਨੇ ਕੇਸਾਂ ਤੋਂ ਕੀਤੀ ਹੈ, ਕੇ ਨਾਮ ਸਿਰ ਦਾ ਹੈ, ਸਾ ਨਾਮ ਸੁੰਦਰਤਾ ਦਾ ਹੈ। ਇਹਨਾਂ ਕੇਸਾਂ ਦੀ ਪਾਲਣਾ ਫਿਰ ਮਹਾਰਾਜ ਸਾਹਿਬ ਨੇ ਕਿਹਾ ਕੰਘੇ ਨਾਲ ਕਰਨੀ ਹੈ। 2 ਟਾਈਮ ਕੰਘਾ ਕਰਨ ਦਾ ਹੁਕਮ ਹੈ। ਕੰਘਾ ਦੋਨੋਂ ਵਕਤ ਕਰੇ, ਦਾਤਣ ਨੀਤ ਕਰੇ, ਪਾਗ ਚੁੰਡ ਘਰ ਬੰਨ੍ਹਈ, ਨਾ ਸੁਖ ਪਾਵੇ ਲਾਲ ਜੀ। ਦੁਨੀਆ ਦਾ ਸੁਖ ਪਾਉਣ ਵਾਸਤੇ ਨੰਦ ਲਾਲ ਨੂੰ ਜਣਾਇਆ ਹੈ ਕਿ ਸਾਨੂੰ ਕੰਘਾ 2 ਟਾਈਮ ਕਰਨਾ ਹੈ ਤੇ ਪੱਗ ਟੋਪੀ ਵਾਂਗੂ ਨਹੀਂ, ਲਾ ਕੇ ਝਾੜ ਕੇ ਚੁਣ ਕੇ ਬੰਨ੍ਹਣੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਸਤਿਕਾਰ ਬਖਸ਼ਿਆ ਹੈ। ਨੰਗੇ ਕੇਸ ਨਹੀਂ ਕਿਤੇ ਕੋਈ ਪਦਾਰਥ ਖਾਣਾ, ਨਹੀਂ ਟੌਲਟ ਪਿਸ਼ਾਬ ਜਾਣਾ, ਨਹੀਂ ਕੋਈ ਗ੍ਰਸਤ ਵਿਹਾਰ ਕਰਨਾ। ਕੇਸਾਂ ਦਾ ਬੜਾ ਸਤਿਕਾਰ ਹੈ। एक पैर पक बीते हैं जब ही, दही सो केस निभावें तब ही, केसन धूप दे सोच पावन, है गुर की मोहर सुहावन। गुरु की मोहर गुरु सम जाना है, गुर सम अदब केस का ठन है।
ਇਹਦੇ ਬਾਰੇ ਸਾਡਾ ਖਿਆਲ ਨਹੀਂ। ਮਹਾਰਾਜ ਸਾਹਿਬ ਕੇਸਾਂ ਨੂੰ ਬੜਾ ਮਾਣ ਦਿੱਤਾ ਹੈ, ਸਤਿਕਾਰ ਦਿੱਤਾ ਹੈ, ਤੇ ਇਹਦੀ ਸੰਭਾਲ ਰੱਖੋ। ਜੇ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਪੀਰ ਬੁੱਧੂ ਸ਼ਾਹ ਨੇ ਮਹਾਰਾਜ ਸਾਹਿਬ ਦੇ ਕੇਸ ਹੀ ਮੰਗੇ ਸਨ, ਕੰਘੇ ਵਿੱਚ ਅੜੇ ਹੋਏ। ਭਗਾਣੀ ਦੇ ਯੁੱਧ ਵਿੱਚ ਸਾਹਿਬਾਨ ਦੇਖ ਕੇ ਉਸ ਨੂੰ ਨਵਾਜਿਆ ਸੀ, ਹੁਣ ਤੱਕ ਕਾਇਮ ਰੱਖੇ ਹੋਏ ਨੇ। ਇਸ ਪ੍ਰਕਾਰ ਜਿਹੜਾ ਕੰਘਾ ਕੇਸਾਂ ਦੇ ਵਿੱਚ ਹੈ, ਅੰਮ੍ਰਿਤ ਛਕਾਉਣ ਤੋਂ ਪ੍ਰੰਤ ਨਾਮ ਦੀ ਪ੍ਰਾਪਤੀ ਤੋਂ ਪ੍ਰੰਤ ਇਹ ਸਿੱਖਿਆਵਾਂ ਪੰਜ ਪਿਆਰਿਆਂ ਵੱਲੋਂ ਬਿਲਾਖੀ ਨੂੰ ਦਿੱਤੀਆਂ ਜਾਂਦੀਆਂ ਨੇ। ਉਹ ਕੰਘਾ ਟੁੱਟੀਆਂ ਦੰਦਿਆਂ ਵਾਲਾ ਨਹੀਂ ਚਾਹੀਦਾ, ਸਾਬਤ ਹੋਣਾ ਚਾਹੀਦਾ ਹੈ, ਤੇ ਲੱਕੜ ਤੋਂ ਬਿਨਾਂ ਹੋਰ ਕਿਸੇ ਵਸਤੂ ਦਾ ਕੰਘਾ ਵੀ ਪ੍ਰਵਾਨ ਨਹੀਂ। ਇਸ ਪ੍ਰਕਾਰ ਕੰਘੇ 'ਚ ਨਿੱਗਰੇ ਹੋਏ ਮੁਰਦਾ ਕੇਸ ਉਹਨੂੰ ਜਮ੍ਹਾਂ ਕਰੋ ਤੇ ਉਹਨੂੰ ਸੰਸਕਾਰ ਕਰੋ, ਪੈਰਾਂ 'ਚ ਸੁੱਟਣੇ ਨਹੀਂ ਬਣਦੇ। ਇਸ ਪ੍ਰਕਾਰ ਤੇ ਕੰਘੇ ਦੀ ਤੇ ਕੇਸਾਂ ਦੀ ਰਹਿਤ ਹੈ। ਸਤਿਕਾਰਯੋਗ ਵੀਰ ਅਖੰਡ ਕੀਰਤਨੀ ਜਥੇ ਵਾਲਿਆਂ ਤਾਂ ਬਹੁਤ ਵਧੀਆ ਕੰਮ ਕੀਤਾ ਹੈ, ਜਿਨ੍ਹਾਂ ਨੇ ਕੇਸਕੀ ਨੂੰ ਕਰਾਰ ਹੀ ਕਕਾਰ ਦੇ ਦਿੱਤਾ ਹੈ। ਕਿਸੇ ਵੇਲੇ ਵੱਖਰੀ ਕਰੋ ਹੀ ਨਾ, ਜ਼ਰੂਰ ਕੇਸਾਂ ਨੂੰ ਸੰਭਾਲ ਕੇ ਇਹਦੇ ਨਾਲ ਕਿਸੇ ਵੇਲੇ ਵੀ ਥੱਲੇ ਪਹਿਲਾਂ ਵਿੱਚ ਗੁੱਠਾ ਜਾਂ ਉਹ ਕੇਸਕੀ ਬੱਧੀ ਜਾਵੇ, ਫਿਰ ਦਸਤਾਰ। ਭਾਵੇਂ ਲਿਖਤੀ ਤੌਰ ਤੇ ਇੱਕ ਕਾਰ ਵਿੱਚ ਨਹੀਂ ਮਿਲਦੀ, ਪਰ ਹੈ ਬੜੀ ਭਾਰੀ ਜ਼ਰੂਰੀ ਹੈ। ਜਿਵੇਂ ਕਿਰਪਾਨ ਦੀ ਰਹਿਤ ਹੈ, ਮਿਆਨ ਦੀ ਤਾਂ ਨਹੀਂ ਨਾ ਗਾਤਰੇ ਦੀ ਹੈ, ਸੰਭਾਲ ਵਾਸਤੇ ਹੈ। ਕਛਹਿਰੇ ਦੀ ਰਹਿਤ ਹੈ, ਕਛਹਿਰੇ ਦੇ ਨਾਲੇ ਦੀ ਰਹਿਤ ਤਾਂ ਨਹੀਂ ਨਾ, ਪਰ ਨਾਲੇ ਤੋਂ ਬਿਨਾਂ ਕਛਹਿਰਾ ਵੱਜ ਹੀ ਨਹੀਂ ਸਕਦਾ। ਇਸ ਤਰ੍ਹਾਂ ਗੁਰਮੁਖੋ ਜਿਹੜੀ ਕੇਸਕਾਂ ਦੀ ਸੰਭਾਲ ਹੈ, ਇਹ ਕੇਸਕੀ ਨਾਲ ਹੀ ਹੋ ਸਕਦੀ ਹੈ। ਪੁਰਾਤਨ ਦਲਾਂ ਦੇ ਭਾਵ ਤਰਨਾ ਦਲ ਤੇ ਬੁੱਢਾ ਦਲ ਮਹਾਤਮਾ ਨਿਹੰਗ ਸਿੰਘ ਜਿਹੜੇ ਫਰਲੇ ਵਾਲੇ ਖਾਸਕਰ ਹੁੰਦੇ ਨੇ, ਉਹ ਕੇਸਕੀ ਦੀ ਰਹਿਤ ਰੱਖਦੇ ਨੇ। ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਬੀਬੀਆਂ ਵੀ ਤੇ ਵੀਰ ਵੀ ਸਦੀਵੀ ਕੇਸਾਂ ਦੀ ਸੰਭਾਲ, ਖਿਲਾਰ ਕੇ ਨੰਗੇ ਕੇਸ ਬਾਜ਼ਾਰਾਂ ਆਦਿਕਾਂ 'ਚ ਫਿਰਨਾ, ਝੂਠੇ ਹੱਥ ਲਾਉਣੇ, ਇਹ ਕਦੇ ਵਾਸਤੇ ਵੀ ਯੋਗ ਨਹੀਂ। ਕੇਸਾਂ ਦਾ ਸਤਿਕਾਰ ਗੁਰੂ ਸਾਹਿਬ ਨੇ ਬਰਾਬਰ ਗੁਰੂ ਸਾਹਿਬਾਂ ਨੇ ਮਾਣ ਦਿੱਤਾ ਹੈ। ਇਸ ਤਰ੍ਹਾਂ ਕੇਸਾਂ 'ਚ ਪਿਆ ਅੰਮ੍ਰਿਤ, ਕੇਸਾਂ ਦੀ ਸੰਭਾਲ ਤੇ ਨਾਲ ਕੰਘਾ। ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਸਰਬ ਲੋਹੇ ਦਾ ਕੜਾ ਸਾਨੂੰ ਬਖਸ਼ਿਆ ਹੈ, ਜਿਹੜਾ ਸਰੀਰ ਨੂੰ ਟੱਚ ਕਰਕੇ ਰਹਿੰਦਾ ਹੈ, ਘਸ ਕੇ ਰਹਿੰਦਾ ਹੈ, ਗੁਪਤ ਰੂਹਾਂ ਤੋਂ ਬਚਾਉਂਦਾ ਹੈ, ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਪ੍ਰਕਾਰ ਕੜੇ ਦਾ ਅਰਥ ਹੀ ਕੜੇ ਹੋਏ ਹਾਂ, ਕੜੀ ਵੱਜੀ ਹੋਈ ਹੈ। ਅਸੀਂ ਆਮ ਲੋਕਾਂ ਵਰਗੇ ਖੁੱਲੇ ਨਹੀਂ, ਜੋ ਮਰਜ਼ੀ ਖਾਈ ਜਾਈਏ, ਜੋ ਮਰਜ਼ੀ ਕਰੀ ਜਾਈਏ। ਇਸ ਪ੍ਰਕਾਰ ਲੋਭੀ ਨਹੀਂ ਬਣਨਾ, ਲਾਲਚੀ ਨਹੀਂ ਬਣਨਾ। ਲੋਭੀ ਜੰਤਨਾ ਜਾਣੀ, ਭੱਖ ਅਭੱਖ ਸਭ ਖਾਏ। ਆਪਣੇ ਆਪ ਨੂੰ ਕੱਢ ਕੇ ਰੱਖਣਾ ਹੈ, ਕਾਬੂ 'ਚ ਰੱਖਣਾ ਹੈ। ਝੂਠੇ ਦਸਖਤ ਨਹੀਂ ਕਰਨੇ, ਝੂਠੀਆਂ ਗਵਾਹੀਆਂ ਨਹੀਂ ਦੇਣੀਆਂ। ਕੜੇ ਵੱਲ ਵੇਖ ਕੇ ਸਦੀਵੀ ਕਲਗੀਧਰ ਪਿਤਾ ਜੀ ਨੂੰ ਯਾਦ ਰੱਖਣਾ ਹੈ। ਮਹਾਰਾਜ ਸਾਹਿਬ ਪਾਤਸ਼ਾਹ ਦੇ ਪਾਤਸ਼ਾਹ ਸੀ, ਕੀ ਕੜਾ ਸੋਨੇ ਦਾ ਨਹੀਂ ਲੈ ਸਕਦੇ, ਚਾਂਦੀ ਜਾਂ ਹੋਰ ਕਿਸੇ ਧਾਤ ਦਾ ਨਹੀਂ। ਲੋਹੇ ਨੂੰ ਬਹੁਤਾ ਮਾਣ ਦਿੱਤਾ ਹੈ। ਸਰਵੇ ਲੋਹੋ ਕੀ ਰਕਸ਼ਾ ਹਮ ਨੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਕਿਰਪਾਨ ਗਾਤਰੇ ਪਵਾਈ ਹੈ। ਕਿਰਪਾ ਦੇ ਆਨ ਦੀ ਸ਼ਾਨ ਤੋਂ ਇਸ ਦਾ ਨਾਂ ਰੱਖਿਆ ਹੈ। ਇਹ ਦੂਜਿਆਂ ਲਈ ਕਿਰਪਾ ਕਰਨ ਵਾਲੀ ਹੈ, ਜ਼ੁਲਮ ਦਾ ਨਾਸ਼ ਕਰਨ ਵਾਲੀ ਹੈ। ਅਸ ਕਿਰਪਾਨ ਖੰਡੋ ਖੜਗ ਤੁਬ ਤਬਰ ਅਰ ਤੀਰ, ਸਾਹਿਬ ਸਰੋਹੀ ਸਹਿਤੀ ਜਹੀ ਹਮਾਰੇ ਪੀਰ। ਇਸ ਪ੍ਰਕਾਰ ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥੇ ਤੁਮਮ ਕਰੋ ਸਹਾਏ। ਇਸੇ ਪ੍ਰਕਾਰ ਕਿਰਪਾਨ ਨੂੰ ਬੜੀ ਮਹਾਨਤਾ, ਖਾਖੰਡ ਬਿਹੰਡੰ ਖਲਦਲ ਖੰਡੰ ਅਦਰੜ ਮੰਡੰ ਬਰ ਭੰਡੰ ਪੁਜ ਡੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਨੰ ਦੁਰਮਤ ਦਰਨੰ ਕਿਲਬ ਖਾਰਨੰ ਅਸਰਨੰ ਜੈ 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 ਕਾਰਨ ਸ੍ਰਿਸ਼ਟ ਬਾਰਨ ਮਾਂ ਪ੍ਰਤਪਾਰੰ ਜੈ ਤੇ ਗੰ। ਅੱਗੇ ਇੱਕ ਦੀਵਾਨ 'ਚ ਇਹਦੇ ਅਰਥ ਕੀਤੇ ਨੇ, ਅੱਜ ਵਿਸਥਾਰ 'ਚ ਬਹੁਤਾ ਨਾ ਜਾਈਏ। ਇੱਕ ਕਾਲ ਦਾ ਰੂਪ ਹੈ, ਨਿਰੰਕਾਰ ਕਰਤੇ ਪੁਰਖ ਵੱਲੋਂ ਸ਼ਕਤੀ ਪੈਦਾ ਹੋਈ ਹੈ, ਜਿਹਨੂੰ ਚੰਡੀ ਦੁਰਗਾ ਜਾਂ ਭਵਾਨੀ ਵੀ ਲੋਕ ਕਹਿੰਦੇ ਨੇ, ਜਿਹਦੀ ਪੂਜਾ ਕਰਦੇ ਨੇ। ਉਹਦੇ ਹੱਥ ਵਿੱਚ ਕੁਰਬਾਨ ਸੀ। ਉਹ ਮਹਾਰਾਜ ਸਾਹਿਬ ਨੇ ਸ਼ਕਤੀ ਗਾਤਰੇ ਪਵਾ ਦਿੱਤੀ ਖਾਲਸੇ ਦੇ। ਨਾਲ ਸ਼ਬਦ ਉਚਾਰੇ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਕਰੋੜਾਂ ਪਾਪਾਂ ਦੇ ਇਹ ਨਾਸ ਕਰਦੇ। ਕਿਹੜੇ ਕਰੋੜ ਪਾਪ? ਜਿਹੜੇ ਅੱਖਾਂ ਵੇਖਦੀਆਂ ਤੇ ਮਨ 'ਚ ਗਲਤ ਫੁਰਨਾ ਆਉਂਦਾ ਹੈ, ਕੰਨ ਸੁਣਦੇ ਤੇ ਮਨ 'ਚ ਗਲਤ ਫੁਰਨਾ ਆਉਂਦਾ ਹੈ। ਇਸ ਪ੍ਰਕਾਰ ਸਰੀਰ ਦੇ ਪਾਪ, ਜ਼ੁਬਾਨ ਦੇ ਪਾਪ ਤੇ ਮਨ ਦੇ ਪਾਪ। ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਇੱਕ ਹੰਸਾ ਜਾਣੀਏ ਮਨ ਬਚ ਕਾਇਆ ਤੀਨ, ਪਰ ਕੋ ਬੁਰਾ ਚਿਤਵਣਾ ਮਨ ਕੀ ਹੰਸਾ ਚੀਨ। ਬੁਰਾ ਦਿਖਾਏ ਹਨਾਵੇ ਹੰਸਾ ਬਚਨ ਕੀ ਕਹਿਲਾਵੇ, ਤੀਜੀ ਮਾਰਨ ਜੀਨ ਕੇਰੀ, ਤਿਆਗੇ ਇਨ ਕੋ ਹੋਏ ਬਿਨ ਡੇਰੀ। ਇਹ ਹਿੰਸਾ ਪਾਪ ਕਿੰਨੀ ਤਰ੍ਹਾਂ ਦਾ ਹੈ। ਉਹ ਸਾਰੇ ਪਾਪ ਛੋਟੇ ਮੋਟੇ ਕਿਰਪਾਨ ਸ਼ਕਤੀ ਪਰਮੇਸ਼ਰ ਦੀ ਇਹ ਨਾਸ ਕਰੀ ਜਾਂਦੀ, ਦੂਰ ਕਰੀ ਜਾਂਦੀ ਹੈ। ਧਰਮ ਨੂੰ, ਸਿੱਖੀ ਨੂੰ ਤੇ ਨਾਮ ਨੂੰ ਬਚਾਉਣ ਲਈ ਕਕਾਰ ਬੜੇ ਭਾਰੀ ਜ਼ਰੂਰੀ ਨੇ। ਸ੍ਰੀ ਗੁਰੂ ਭੰਨਿਓ ਗਰੀਬ ਨਵਾਜ, ਸ਼ਸਤਰ ਕੇ ਅਧੀਨ ਹੈ ਰਾਜ।
शास्त्र बिना नहीं राज मिले हैं, राज बिना नहीं धर्म रहे हैं, धर्म बिना सब दले मले हैं। जे गुरमुखो राज बगाना होवे, शास्त्र किसी के हथ विच होवे, फिर धर्म नूं बचाउण लई सीस ही कुर्बान है, कुर्बानियां देणियां पैंदियां। शास्त्र बड़ा भारी खालसे दे जरूरी महाराज साहब अंग पवा दिता। इसे प्रकार रेबवा कशहरा पवा दिता है, आम कच्छे वर्गा नहीं, जिहदा कमर खसा सिंह बोलते ने नाले नूं लख दुआले घटो घट दोहरा आउणा चाहिदा है। एक पहुंचा लाउणा ते एक पाउणा है, इस प्रकार इसकी रहत बख्श की महाराज साहब जी ने लिखती तौर पर। गुरमुखा ने हुक्म लाया भी सिੱਖੀ निशानियां की ने, ये हरफ 5 कक्के ने। हरग वज किसी वेले किसी नूं माफ नहीं करते, बालक तो लैके बिरध तक माफ नहीं करते। सिख शरीर छड्ड भी जावे, ਅੰਮ੍ਰਿਤਧਾਰੀ ਸਿੰਘ शरीर छड्ड भी जावे तो तां भी माफ नहीं करते। ਉਹਦਾ इशनान करवाउणा है। उस मौका ये कंघा कड़ा किरपान केसकी वगैरह सारे दस्तार ते जिवें वस्त्र आम असी पाउने हैं ओहो जे इशनान करवा के पाउने चाहिए है। सो इस प्रकार जो अंत समा आउणा ही है, सारिਆਂ ਦਾ सिर ते खड़ा है। जिसने जन्म लै लिया दूजी बारी मौत दी है, सिर सिर ते खड़ी है। सो भाव इस प्रकार रहत समेत सिख संस्कार करना बनता है। इस प्रकार जिस तरह के वस्त्र पहले पाने उसां दा पा के वाधू कछारा एक लक नूं बन के किरपान गात्रे भाव शरीर तो वखरी नहीं करनी, कंघा वखरा नहीं करना, एक कछारा वाधू पाउणा है ना रखना है। जे मृतक शरीर का इशनान भी करवाउणा तां भी पैर तो वखरा कछारा नहीं करना ते किरपान ते कड़ा नाल जाना चाहिए है। ਜਦੋਂ ਸਿੱਖ ਦਾ ਸੰਸਕਾਰ ਹੁੰਦਾ ਹੈ, ਚੰਡਾ ਲਾਇਆ ਜਾਂਦਾ ਹੈ, ਉਸ ਸਿੱਖਾਂ ਨੂੰ ਜਦੋਂ ਇਕੱਠੀ ਕਰਨਾ ਹੈ ਉਦੋਂ ਕੜਾ ਤੇ ਕਿਰਪਾਨ ਨਾਲ ਹੀ ਕਰਨੀ ਹੈ। ਜਿੱਥੇ ਸਿੱਖ ਦੇ ਫੁੱਲ ਪਾਉਣੇ, ਅਸਤੀਆਂ ਪਾਉਣੀਆਂ, ਭਾਵੇਂ ਸਿੱਖੀ ਮਤ ਅਨੁਸਾਰ ਬਹੁਤਾ ਵਹਿਮ ਨਹੀਂ, ਭਾਵੇਂ ਜਿੱਥੇ ਸੰਸਕਾਰ ਕੀਤਾ ਉੱਥੇ ਹੀ ਦੱਬ ਦੇਵੋ ਤੇ ਰਾਖ ਸਮੇਤ ਸਾਰਾ ਸਭ ਕੁ ਇਕੱਠਾ ਕਰ ਲਵੋ। ਫਿਰ ਵੀ ਬਹੁਤੀ ਕਰਨੀ ਕਿਸੇ ਵਗ ਦੇ ਜਲ ਵਿੱਚ ਪਾ ਦੇਵੋ ਜੋ ਹੱਦ ਕੀਰਤਨਪੁਰ ਸਾਹਿਬ ਲੈ ਜਾਵੋ। इस प्रकार गुरमुखो इन्हां ककारां दी सांझ सिख दे नाल सो धुर तक दी, खीर तक दी, फुल पाउण तक दी है। इन्हां नूं सारिਆਂ सत्कार सहित याद रखना है। सो इस प्रकार जिहड़ा धर्म है उहनूं कमाउण लई, सिੱਖੀ बचाउण लई, क्योंकि सिੱਖੀ धर्म आपो अपने सुधारण ते असाधारण वखरे वखरे मन्ने ने। ग्रंथकारां दा धर्म इवें भी दस्सिया, खिमा हिंसा दया मिरद सत बचन तप दान सील सोच तृष्णा बिना धर्म लिंग जस दस जान। इवें गुरमुखो सब दा मुੱਢ तां परमेश्वर दा नाम ही है। जे नाम नहीं तो फिर एक केस रखे जां ककार बहुते सफले नहीं, कुछ सफले जरूर ने। पर अमृत छकाउण वेले महाराज साहब ने जो बख्शा कीतियां, जो रहतां बख्शियां, इन्हां ककारां बारे वीर जी ने हुक्म लाया है। ये टूक मात्र थोड़ी बेनती की है। दास का ख्याल है कि सियाणे वीर होर भी नाल आपां नूं राय देण वाले, सलाह देण वाले कोल बैठे ने, उन्हां पासों भी कुछ सरवण करिए। सो आप जी सत्कारयोग ज्ञानी जी उन्हां पासों ककारां बारे सरवण कर रहे सी। सतगुरु जी ने भी फरमाया हरगिज़ ना बास्ती पंजे मवाफ, इन्हां नूं मैं भी नहीं मुआफ कर सकदा। कई गुरमुख प्यारे अमृत छक के सो डोरी वाली जां होर गल विच किरपान ਪਹਿਨ ਲੈਂਦੇ ਹਨ। हुक्म नहीं है सतगुरु जी का, क्यों जे असी कपड़े ला के तुरे फरीए लोग चंगा नहीं कहिंदे ते सतगुरु जी के शस्त्र पूजन योग ने, जिते शस्त्र नामंग नमस्कार तामंग। इस वास्ते गात्रे वाली किरपान पहननी अत्यंत जरूरी है। रह मैन मध्यंग समय दुष्ट कावै, सो म्यान वाली किरपान पाउणी इस तरह ही जिस तरह आप जी नूं दसाया गया कि केसां बारे कितना जरूरी है, केसां की संभाल वास्ते कितनी जरूरी है केसगी। छोटी जी गल मैनूं याद आई, संत महापुरुष संत ज्ञानी गुरबचन सिंह खालसा सो पिंडां वाले जो 12वें जथेदार ने, सो इन्हां दे विद्यार्थी सत्कारयोग ज्ञानी प्रताप सिंह जी लंघेआणे वाले ਜਿਹੜੇ 18 ਸਾਲ ਜਥੇ ਦੇ ਵਿੱਚ ਜਥੇਦਾਰ ਰਹਿ ਪੰਜਾਂ ਪਿਆਰਿਆਂ ਦੇ, ਇੱਕ ਵਾਰੀ ਉਹਨਾਂ ਨੇ ਸੁਣਾਇਆ, ਅੱਜ ਵੀ ਹਨ ਉਹ ਲੰਘੇਆਣੇ। ਅਸੀਂ ਪੁੱਛਿਆ ਕਿ ਸਤਿਕਾਰਯੋਗ ਬਾਬਾ ਜੀ ਤੁਸੀਂ ਮਹਾਂਪੁਰਸ਼ਾਂ ਰਾਏ ਕੋਈ ਭਜਨ ਸੁਣਾਓ, ਬੜਾ ਪਿਆਰਾ ਭਜਨ ਸੁਣਾਇਆ। ਕਹਿਣ ਲੱਗੇ ਵੀ ਗੁਰਮੀਤ ਸਿੰਘ ਭਜਨ ਤਾਂ ਹੀ ਕਰਨ ਦਾ ਫਾਇਦਾ ਜੇ ਕੋਈ ਮਹਾਂਪੁਰਸ਼ਾਂ ਦੀ ਗੱਲ ਮੰਨ ਲਈਏ। ਤਾਂ ਮੈਂ ਕਿਹਾ ਸੁਣਾਓ। ਕਹਿੰਦੇ ਸੰਤ ਗਿਆਨੀ ਗੁਰਬਚਨ ਸਿੰਘ ਆਪਣੀ ਸਿੰਘਣੀ ਨੂੰ ਕਹਿਣ ਲੱਗੇ ਵੀ ਤੁਸੀਂ ਭਾਈ ਕੇਸਗੀ ਸਜਾਇਆ ਕਰੋ। ਤੇ ਇਸ ਗੱਲ ਨੂੰ ਉਹਨਾਂ ਨੇ ਬਹੁਤਾ ਨਾ ਗੌਲਿਆ ਤੇ ਨਾ ਸਜਾਈ। ਥੋੜਾ ਚਿਰ ਵੇਖ ਕੇ ਮਹਾਂਪੁਰਸ਼ਾਂ ਨੇ ਕਾਫੀ ਚਿਰ ਉਹ ਸਿੰਘਣੀ ਨੂੰ ਨਾ ਬੁਲਾਇਆ, ਕਾਫੀ ਮਹੀਨੇ ਬੀਤ ਗਏ। ਇੱਕ ਦਿਨ ਸਿੰਘਾਂ ਨੂੰ, ਇਹ ਬਾਬਾ ਪ੍ਰਤਾਪ ਸਿੰਘ ਹਣਾ ਨੂੰ ਮਾਤਾ ਜੀ ਕਹਿਣ ਲੱਗੇ ਵੀ ਆਹ ਗੱਲ ਹੈ, ਪਤਾ ਨਹੀਂ ਕਿਉਂ ਮੇਰੇ ਨਾਲ ਗੁੱਸੇ ਨੇ। ਜਦੋਂ ਮਹਾਂਪੁਰਸ਼ਾਂ ਨੂੰ ਪੁੱਛਿਆ, ਕਹਿਣ ਲੱਗੇ ਗੱਲ ਕੋਈ ਨਹੀਂ, ਇਹਨਾਂ ਨੂੰ ਅਸੀਂ ਕਿਹਾ ਸੀ ਤੁਸੀਂ ਕੇਸਗੀ ਸਜਾਓ, ਇਹਨਾਂ ਨੇ ਬਚਨ ਨਹੀਂ ਮੰਨਿਆ। ਇਹਨਾਂ ਨੂੰ ਕਹੋ ਭਾਈ ਇਹ ਗੁਰੂ ਦਾ ਬਚਨ ਹੈ।
ਸੋ ਕਹਿੰਦੇ ਕੇਸਗੀ ਸਜਾਈ ਉਹਨਾਂ ਨੇ। ਅੱਜ ਤੱਕ ਉਹਨਾਂ ਦੇ ਪਰਿਵਾਰ ਦੇ ਗਾਂ ਬੜੇ ਸਤਿਕਾਰਯੋਗ ਬਾਈ ਅਵਤਾਰ ਸਿੰਘ ਉਹਨਾਂ ਦੀ ਸਿੰਘਣੀ ਵੀ ਸਜਾਉਂਦੀ ਹੈ। ਉਦੋਂ ਤੋਂ ਅਸੀਂ ਵੀ ਇਹ ਧਾਰ ਲਿਆ ਵੀ ਜੇ ਇੰਨਾ ਮਹਾਂਪੁਰਸ਼ ਦੀ ਦ੍ਰਿੜਤਾ ਰੱਖਦੇ ਸੀ, ਪਰਿਵਾਰਾਂ ਵਿੱਚ ਜਿੰਨੇ ਸਿੰਘ ਅਸੀਂ ਸੇਵਾ ਵਿੱਚ ਲੱਗਦੇ ਸੀ, ਬੈਠ ਕੇ ਵਿਚਾਰ ਕੀਤੀ ਵੀ ਕੇਸਾਂ ਦੀ ਸੰਭਾਲ ਵਾਕਿਆ ਹੀ ਇਹ ਸਾਨੂੰ ਸਜਾਉਣੀ ਚਾਹੀਦੀ ਹੈ। ਭਾਵੇਂ ਤੁਸੀਂ ਨਾ ਕਕਾਰ ਮੰਨੋ, ਪਰ ਕੇਸਾਂ ਦੀ ਸੰਭਾਲ ਜਿਹੜੀ ਉਹ ਕੇਸਗੀ ਨਾਲ ਦੂਰੀ ਦਸਤਾਰ ਚੋਣੀ, ਜਿਵੇਂ ਸੁਣਾਇਆ ਸਾਬ ਸੂਰਤ ਸਿੱਧਾ ਦਾੜਾ ਕਾਟ ਕਾ ਕੰਗਾ ਕੇਸੀ ਚਾੜਾ ਕੰਗਾ ਦੋਨੋਂ ਵਕਤ ਕਾ ਪਾਰ ਚੋਨੇ ਕਰ ਬਾਦੀ ਦਾਤਾ ਨੀਤ ਕਰੈ ਨਾ ਦੁੱਖ ਪਾਵੇ ਲਾਲ ਜੀ। ਸੋ ਬੜੇ ਹੀ ਸੁਚੱਜੇ ਢੰਗ ਦੇ ਨਾਲ ਗਿਆਨੀ ਜੀ ਨੇ ਆਪ ਜੀ ਨੂੰ ਕਕਾਰਾਂ ਬਾਰੇ ਦੱਸਿਆ। ਸਾਨੂੰ ਅਤਿਅੰਤ ਜ਼ਰੂਰੀ ਨੇ, ਕਦੀ ਸਰੀਰ ਤੋਂ ਵੱਖ ਨਹੀਂ ਕਰਨੇ, ਸਾਡੇ ਸਰੀਰ ਦੇ ਸੱਚੇ ਸੁੱਚੇ ਗਹਿਣੇ ਨੇ। ਸੋ ਹੁਣ ਮੈਂ ਬੜੇ ਹੀ ਸਤਿਕਾਰਯੋਗ ਮੇਰੇ ਵੀਰ ਜੀ ਭੀਮ ਸਿੰਘ ਜੋ ਆਏ ਨੇ, ਵੈਸੇ ਤਾਂ ਇਹਨਾਂ ਕੋਲ ਸਮਾਂ ਥੋੜ੍ਹਾ, ਇਹਨਾਂ ਦੇ ਜੋ ਅੱਜ ਹੀ ਇਹਨਾਂ ਨੇ ਦਾਸ ਨੂੰ ਦੱਸਿਆ, ਜਦੋਂ ਤੋਂ ਸਾਡਾ ਇਹ ਸੰਘਰਸ਼ ਆਰੰਭ ਹੋਇਆ 13 ਸਿੰਘ ਸ਼ਹੀਦ ਹੋਏ ਸਨ 78 ਦੇ ਵਿੱਚ ਵਿਸਾਖੀ ਤੇ। ਭਾਈ ਫੌਜਾ ਸਿੰਘ ਜਿੱਥੇ ਬੜੀ ਵੱਡੀ ਵੇਖੋ ਗੱਲ ਹੈ, ਸਾਡੇ ਜਿੱਥੇ ਦਮਦਮੀ ਟਕਸਾਲ ਦੇ ਸਿੰਘ ਤੇ ਅਖੰਡ ਕੀਰਤਨੀ ਜਥੇ ਦੇ ਰਲ ਕੇ ਉਹਨਾਂ ਨੇ ਸ਼ਹੀਦੀਆਂ ਪਾਈਆਂ, ਜੋ ਮਨਮਤ ਹੋ ਰਹੀ ਸੀ ਉਸ ਟਾਈਮ ਤੇ ਇਹ ਭਾਈ ਸਾਹਿਬ ਨਾਲ ਸੀ। ਇਹਨਾਂ ਨੇ ਕਾਫੀ ਕੌਤਕ ਵੀ ਵੇਖੇ। ਹੁਣ ਸਮਾਂ ਨਹੀਂ ਆਪਾਂ ਇਸ ਪਾਸੇ ਜਾਈਏ, ਤੇ ਬੜੀ ਵੱਡਾ ਪਿਆਰ ਸੀ ਸਾਡਾ। ਮੈਂ ਇਸ ਪਾਸੇ ਵੱਲ ਜਾਵਾਂ ਕਿ ਭਾਈ ਫੌਜਾ ਸਿੰਘ ਦਾ ਸੰਤ ਕਰਤਾਰ ਸਿੰਘ ਦਾ ਬਹੁਤਾ ਗੂੜਾ ਪਿਆਰ ਸੀ, ਬੜੇ ਗੁਰਮੁਖ ਪਿਆਰੇ ਉਹਨਾਂ ਨੇ ਬਚਨ ਸੁਣਾਇਆ। ਜਦੋਂ ਮਹਾਂਪੁਰਖ ਸੰਤ ਕਰਤਾਰ ਸਿੰਘਾਂ ਨੇ ਸੰਤੀ ਨਗਰ ਕੀਰਤਨ ਜਲੂਸ ਬੜੇ ਭਾਰੀ ਕੱਢੇ, ਗੁਰਦਾਸਪੁਰ ਜ਼ਿਲ੍ਹੇ ਵਿੱਚ ਜਦੋਂ ਨਗਰ ਕੀਰਤਨ ਗਿਆ, ਇੱਕ ਭੈਣ ਜੀ ਦਾ ਬੀਬੀ ਜੀ ਦਾ ਕੰਘਾ ਕੁਦਰਤੀ ਜਿਹੜਾ ਸੀ ਡਿੱਗ ਪਿਆ। ਭਾਈ ਫੌਜਾ ਸਿੰਘ ਕੋਲ ਖੜੇ ਸਨ, ਕਹਿੰਦੇ ਸੰਤ ਕਰਤਾਰ ਸਿੰਘ ਜੀ ਕਿੱਡੀ ਵੱਡੀ ਦੇਣ ਹੈ ਦਮਦਮੀ ਟਕਸਾਲ ਦੀ, ਲੱਖਾਂ ਪ੍ਰਾਣੀਆਂ ਨੂੰ ਤੁਸੀਂ ਅੰਮ੍ਰਿਤ ਛਕਾਇਆ, ਜੇ ਥੋੜੀ ਜਿਹੀ ਕਿਰਪਾ ਕਰਦੇ ਹੋ ਹੋਰ ਕੇਸਗੀ ਸਜਾ ਦਿੰਦੇ ਕੰਘਾ ਨਹੀਂ ਸੀ ਡਿੱਗਣਾ। ਤੇ ਬੜਾ ਪਿਆਰ ਦਾ ਬੜਾ ਸੋਹਣਾ ਉੱਤਰ ਦਿੱਤਾ। ਕਹਿਣ ਲੱਗੇ ਭਾਈ ਸਾਹਿਬ ਜੀ ਵੇਖੋ ਜ਼ਮੀਨ ਅੱਪੜ ਪਈ, ਇੱਕ ਵਾਹ ਲਾਈ ਜਾਂਦੇ ਅਸੀਂ, ਅੰਮ੍ਰਿਤ ਛਕਾਈ ਜਾਂਦੇ, ਰਹਿਤ ਵਿੱਚ ਪ੍ਰਪੱਗ ਤੁਸੀਂ ਕਰੇ ਹੋ, ਦੋਹਰ ਤੁਸੀਂ ਲਾਈ ਜੋ ਜ਼ਮੀਨ ਨੂੰ, ਤੁਹਾਡੀ ਵੀ ਡਿਊਟੀ ਹੈ। ਐਡਾ ਵੱਡਾ ਪਿਆਰ ਇਹ ਦਰਸਾਉਂਦਾ ਕਿ ਸਾਡਾ ਪਿਆਰ ਸੀ। ਅੱਜ ਅਸੀਂ ਇਸ ਪਿਆਰ ਤੋਂ ਥੋੜੇ ਦੂਰ ਹੁੰਦੇ ਜਾਂਦੇ ਹਾਂ। ਆਓ ਇਹਨਾਂ ਛੋਟੀਆਂ ਮੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਅਸੀਂ ਆਪਣਾ ਪਿਆਰ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਏਕ ਪਿਤਾ ਏਕ ਸਕੇ ਹਮ ਬਾਰਕ, ਸਾਡਾ ਇਉਂ ਪਿਆਰ ਹੋਣਾ ਚਾਹੀਦਾ। ਕਦੀ ਮਨ ਵਿੱਚ ਨਹੀਂ ਹੋਣਾ ਚਾਹੀਦਾ ਆਹ ਜਥੇਬੰਦੀ ਆਹ ਜਥੇਬੰਦੀ ਹੈ। ਬਾਪੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਸਾਨੂੰ, ਅੰਮ੍ਰਿਤ ਇੱਕ ਹੈ, ਨਾਨਕ ਅੰਮ੍ਰਿਤ ਏਕ ਹੈ। ਕਿਸੇ ਜਥੇਬੰਦੀ ਤੋਂ ਛਕੋ, ਅੰਮ੍ਰਿਤ ਛਕਾਉਣ ਤੋਂ ਬਾਅਦ ਇਹੋ ਦਰਸਾਇਆ ਜਾਂਦਾ ਅੱਜ ਤੋਂ ਸਾਡਾ ਗੁਰੂ ਗ੍ਰੰਥ ਸਾਹਿਬ, ਪਿਤਾ ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਸਾਹਿਬ ਕੌਰ, ਵਾਸੀ ਸਾਰੇ ਆਨੰਦਪੁਰ ਸਾਹਿਬ ਦੇ, ਪਰਚਾ ਸ਼ਬਦ ਦਾ, ਪੂਜਾ ਕਾਲ ਦੀ ਦਤਾਰ ਖਾਲਸੇ ਦੇ, ਫਿਰ ਸਾਡਾ ਇਹ ਵਿਖਰੇਵਾ ਨਹੀਂ ਹੋਣਾ ਚਾਹੀਦਾ। ਮੇਰੇ ਵੀਰ ਭਾਈ ਭੀਮ ਸਿੰਘ ਜੀ, ਸੋ ਉਹਨਾਂ ਨੂੰ ਮੈਂ ਇਹ ਬੇਨਤੀ ਕਰਾਂਗਾ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੋ ਅਸੀਂ ਇਹ ਪ੍ਰੋਗਰਾਮ ਆਰੰਭ ਕੀਤਾ ਹੈ ਅੰਮ੍ਰਿਤ ਗੁਰ ਤੇ ਪਾਇਆ, ਤੇ ਆਪ ਜੀ ਇਸ ਬਾਰੇ। ਜਿਵੇਂ ਗਿਆਨੀ ਜੀ ਉਹਨਾਂ ਨੇ ਦੱਸਿਆ, ਤੁਸੀਂ ਦੱਸਿਆ ਮਤਲਬ ਵੀ ਜਿਹੜਾ ਪ੍ਰੋਗਰਾਮ ਜਿਹੜਾ ਤੁਸੀਂ ਅੰਮ੍ਰਿਤ ਗੁਰ ਤੇ ਪਾਇਆ ਵਾਲਾ ਪ੍ਰੋਗਰਾਮ ਪੇਸ਼ ਕਰ ਰਹੇ ਨੇ, ਇਹ ਸਾਡੇ ਜਿਹੜੇ ਵੇਖੋ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ। 78 ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਗੁਰਸਿੱਖੀ ਦਾ ਸੇਵਾ ਕਰਨ ਦਾ, ਔਰ ਇਸ ਤੋਂ ਵੱਡਾ ਵੀ ਜਿਹੜੀ ਅੰਮ੍ਰਿਤ ਵਾਲੀ ਗੱਲ ਜਿਹੜੀ ਕਰ ਰਹੇ ਆ, ਦਮਦਮੀ ਟਕਸਾਲ ਦੇ ਵਿੱਚ ਜਦੋਂ ਵੱਡਾ ਘੱਲੋਘਰ 84 ਵਾਲਾ ਹੋਇਆ, ਉਸ ਤੋਂ ਬਾਅਦ ਜਿਹੜਾ ਪਹਿਲਾ ਅੰਮ੍ਰਿਤ ਸੰਚਾਰ ਹੋਇਆ, ਦਾਸ ਨੂੰ ਉਹਦੇ ਵਿੱਚ ਪੰਜਾਂ ਪਿਆਰਿਆਂ 'ਚ ਲੱਗਣ ਦਾ ਮੌਕਾ ਮਿਲਿਆ। ਮੇਰੇ ਨਾਲ ਗਿਆਨੀ ਬਾਪੂ ਸਾਧੂ ਸਿੰਘ ਜੀ, ਬਾਪੂ ਜਗੀਰ ਸਿੰਘ ਜੀ ਤੇ ਪੰਡਤ ਜਗਸੀਰ ਸਿੰਘ ਜੀ, ਪੰਡਤ ਬਖਸ਼ੀਸ਼ ਸਿੰਘ ਜੀ ਔਰ ਦਾਸ ਤੇ ਔਰ ਇੱਕ ਸਿੰਘ ਭਾਈ ਗੁਰਨਾਮ ਸਿੰਘ ਜੀ, ਜਿਹਨਾਂ ਪੰਜਾਂ ਪਿਆਰਿਆਂ 'ਚ ਲੱਗ ਕੇ ਅੰਮ੍ਰਿਤ ਸੰਚਾਰ ਜਿਹੜਾ ਸੀ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ, ਜੋ ਘੱਲੂਘਰ ਤੋਂ ਬਾਅਦ ਜਿਹੜਾ ਪਹਿਲੀ ਵਾਰ ਅੰਮ੍ਰਿਤ ਸੰਚਾਰ ਹੋਇਆ ਉੱਥੇ ਮਹਿਤੇ ਦੇ ਵਿੱਚ, ਤਾਂ ਉਹਦੇ 'ਚ ਦਾਸ ਨੂੰ ਮੌਕਾ ਮਿਲਿਆ। ਕਿੰਨੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ, ਕੋਈ ਯਾਦ ਆ? ਉਦੋਂ 860 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ। ਵਾਹ ਜੀ ਵਾਹ। ਕਿੱਥੇ ਹੋਇਆ ਸੀ ਅੰਮ੍ਰਿਤ ਸੰਚਾਰ? ਇਹ ਅੰਮ੍ਰਿਤ ਸੰਚਾਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਹੋਇਆ ਸੀ। ਠੀਕ ਹੈ। ਅੰਦਰ ਹੋਇਆ ਸੀ 860 ਪ੍ਰਾਣੀ, ਤਕਰੀਬਨ 12 ਵਜੇ ਤੋਂ ਅੰਮ੍ਰਿਤ ਸੰਚਾਰ ਸ਼ੁਰੂ ਹੋ ਕੇ ਰਾਤ ਦੇ 2 ਵਜੇ ਤੱਕ ਅੰਮ੍ਰਿਤ ਸੰਚਾਰ ਚੱਲਦਾ ਰਿਹਾ। ਤਾਂ ਦਾਸ ਨੂੰ ਬੜਾ ਹੀ ਮਾਣ ਆ ਕਿ ਸਾਨੂੰ ਪੰਜਾਂ ਪਿਆਰਿਆਂ 'ਚੋਂ ਲੱਗਣ ਦਾ ਮੌਕਾ ਮਿਲਿਆ। ਤੇ ਦਾਸ ਇਹ ਵੀ ਕਹਿੰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰੇ ਸਾਜੇ, ਉਹਨਾਂ ਦੀ ਬਹੁਤ ਵੱਡੀ ਸੋਚ ਸੀ ਕਿ ਮੈਂ ਇੱਕ ਸਿੱਖ, ਜਿਹੜਾ ਆਪਣੇ ਸਿੱਖ ਦੀ ਬਣਤਰ ਕਿਹੋ ਜਿਹੀ ਹੋਣੀ ਚਾਹੀਦੀ ਆ। ਉਹਨਾਂ ਨੇ ਜਿਵੇਂ ਪੰਜ ਪਿਆਰੇ ਜਿਵੇਂ ਆਏ ਆ, ਪਹਿਲੇ ਸਭ ਤੋਂ ਭਾਈ ਦਇਆ ਰਾਮ ਜੀ ਤੋਂ ਦਇਆ ਸਿੰਘ ਜੀ ਆਏ ਨੇ, ਦਇਆ ਰਾਮ ਜੀ, ਫਿਰ ਧਰਮ ਸਿੰਘ ਜੀ, ਧਰਮਦਾਸ ਜੀ ਆਏ ਨੇ, ਫਿਰ ਹਿੰਮਤ ਸਿੰਘ ਜੀ, ਫਿਰ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਵੱਡੀ ਸੋਚ ਸੀ ਕਿ ਜਿਹੜਾ ਮੇਰਾ ਸਿੱਖ ਆ ਉਹਦੇ 'ਚ ਦਇਆ ਵੀ ਹੋਣੀ ਚਾਹੀਦੀ ਆ। ਵਾਹ ਜੀ ਵਾਹ। ਜੇ ਉਹ ਮੇਰਾ ਸਿੱਖ ਦਇਆਵਾਨ ਹੋਊਗਾ
ਪੰਜਾਂ ਪਿਆਰਿਆਂ ਦੇ ਨਾਮ ਚੋਂ ਕਿੱਡੀ ਵੱਡੀ ਸਿੱਖਿਆ ਹੈ। ਹਾਂਜੀ, ਬਹੁਤ ਵੱਡੀ ਸਭ ਤੋਂ ਪਹਿਲਾਂ ਦਇਆ ਆਈ ਹੈ। ਹਾਂ, ਸਭ ਤੋਂ ਉਹਨਾਂ ਬਹੁਤ ਵੱਡੀ, ਗੁਰੂ ਗੋਬਿੰਦ ਸਿੰਘ ਬਹੁਤ ਵੱਡੀ ਸੋਚ ਸੀ ਕਿ ਮੇਰੇ ਸਿੱਖ ਵਿੱਚ ਦਇਆ ਜ਼ਰੂਰ ਹੋਣੀ ਚਾਹੀਦੀ ਹੈ। ਜੇ ਉਹ ਸਿੱਖ ਦਇਆਵਾਨ ਹੋਊਗਾ ਤੇ ਉਹ ਗਰੀਬ ਗੁਰਬੇ ਤੇ ਦਇਆ ਕਰੂਗਾ, ਉਹ ਕੋਈ ਦਾਨ ਪੁੰਨ ਕਰੂਗਾ। ਫਿਰ ਇਸ ਤੋਂ ਬਾਅਦ ਜਿਹੜਾ ਦਇਆਵਾਨ ਸਿੱਖ ਹੈ ਨਾ, ਜਿੰਨਾ ਚਿਰ ਮਾਂ ਨਹੀਂ ਉਹਨਾਂ ਚਿਰ ਬੰਦਾ ਧਰਮੀ ਹੋ ਨਹੀਂ ਸਕਦਾ। ਦਇਆ ਮਾਂ ਹੈ, ਫੇਰ ਹੀ ਪੁੱਤ ਧੌਲ ਧਰਮ ਦਇਆ ਕਾ ਪੂਤ, ਠੀਕ ਹੈ ਨਾ। ਜੇ ਸਿੱਖ ਕੋਲ ਦਇਆ ਨਹੀਂ, ਜੇ ਸਿੱਖ ਕੋਲ ਦਇਆ ਹੋਊਗੀ ਤੇ ਉਹ ਸਿੱਖ ਧਰਮੀ ਹੋਊਗਾ। ਦੂਜਾ ਜਿਹੜਾ ਸੀ ਉਹਨਾਂ ਦੀ ਸੋਚ ਸੀ ਵੀ ਧਰਮੀ ਜਿਹੜਾ ਮੇਰਾ ਸਿੱਖ ਧਰਮੀ ਵੀ ਹੋਵੇ, ਤੇ ਜਿਹੜਾ ਸਿੱਖ ਧਰਮੀ ਹੋਊਗਾ ਉਹ ਜਿਹੜੇ ਪੁੱਠੇ ਸਿੱਧੇ ਅਧਰਮ ਵਾਲੇ ਕੰਮ ਜਿਹੜੇ ਉਹ ਨਹੀਂ ਕਰੂਗਾ। ਇਸ ਕਰਕੇ ਮੇਰਾ ਜਿਹੜਾ ਸਿੱਖ ਹੈ ਉਹ ਧਰਮੀ ਵੀ ਹੋਵੇ। ਤੇ ਜਿਹੜਾ ਸਿੱਖ ਧਰਮੀ ਹੋਊਗਾ, ਧਰਮੀ ਸਿੱਖ ਦੇ ਵਿੱਚ ਹਿੰਮਤ ਵੀ ਹੋਊਗੀ। ਹਿੰਮਤ ਹੋਊਗਾ ਤਾਂ ਅੰਮ੍ਰਿਤ ਵੇਲੇ ਉੱਠੂਗਾ, ਇਸ਼ਨਾਨ ਕਰੂਗਾ। ਇਸ਼ਨਾਨ ਕਰਨ ਤੋਂ ਉਪਰੰਤ ਗੁਰਬਾਣੀ ਦਾ ਜਿਹੜਾ ਪਾਠ ਜਾਪ ਕਰੇਗਾ, ਉਸ ਤੋਂ ਉਪਰੰਤ ਗੁਰਦੁਆਰਾ ਸਾਹਿਬ ਜਾਊਗਾ। ਜੇ ਹਿੰਮਤੀ ਹੋਊਗਾ ਤਾਂ ਹੀ ਅੰਮ੍ਰਿਤ ਵੇਲੇ ਉੱਠ ਸਕਦਾ ਹੈ। ਜੇ ਇਹ ਇਹਨਾਂ ਤੀਜੀ ਜਿਹੜੀ ਗੁਰੂ ਸਾਹਿਬ ਜੀ ਦੀ ਸੋਚ ਇਹ ਸੀ। ਚੌਥੀ ਇਹ ਸੀ ਕਿ ਮੋਹਕਮ ਦਾ ਮਤਲਬ ਹੁੰਦਾ ਵੀ ਮੇਰਾ ਜਿਹੜਾ ਸਿੱਖ ਆ ਉਹ ਦੁਨਿਆਵੀ ਪਦਾਰਥਾਂ ਨਾਲ ਉਹਦਾ ਜਿਹੜਾ ਮੋਹ ਆ, ਉਹਦਾ ਪਿਆਰ, ਉਹਦਾ ਮਤਲਬ ਘੱਟ ਹੋਵੇ। ਤੇ ਇਹਦਾ ਅਰਥ ਇਹ ਵੀ ਹੁੰਦਾ ਕਿ ਨਿਸ਼ਚਲ ਤਾਂ ਰਹਿਣਾ, ਭਾਵ ਸਥਿਰ ਰਹਿਣਾ, ਕਿ ਜਿਹੜਾ ਮੇਰੇ ਅਚਲ, ਇਹ ਜਿਹੜਾ ਸਿੱਖ ਹੈ ਮੇਰਾ ਅਚਲ ਰਹੂਗਾ। ਇਹਨੂੰ ਹਰਖ ਸੋਖ ਦੇ ਉੱਤੋਂ ਦੋਵਾਂ ਤੋਂ ਉਹਨੂੰ ਕੋਈ ਵੀ ਉਹਦੇ ਚ ਨਾ ਖੁਸ਼ੀ ਦੇ ਵਿੱਚ ਜ਼ਿਆਦਾ ਉਹ ਖੁਸ਼ ਹੋਊਗਾ, ਨਾ ਗਮੀ ਦੇ ਵਿੱਚ ਉਹਨੂੰ ਜ਼ਿਆਦਾ ਗਮ ਹੋਊਗਾ। ਇਹ ਉਹਨਾਂ ਦਾ ਮੋਹ ਕੰਮ ਦਾ ਮਤਲਬ ਸੀ। ਜੇ ਮੇਰੇ ਸਿੱਖ ਦੇ ਵਿੱਚ ਜੇ ਚਾਰੇ ਗੁਣ ਹੋਣਗੇ ਤਾਂ ਇਹ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਪ੍ਰਾਪਤੀ ਕਰੇਗਾ। ਅਕਾਲ ਪੁਰਖ ਦੀ ਪ੍ਰਾਪਤੀ ਭਾਵ ਸਾਹਿਬ ਦੀ ਪ੍ਰਾਪਤੀ ਕਰੇਗਾ। ਇਹ ਗੁਰੂ ਗੋਬਿੰਦ ਸਿੰਘ ਦੀ ਬਹੁਤ ਵੱਡੀ ਸੋਚ ਸੀ ਤੇ ਇਸੇ ਸੋਚ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵਧਾਇਆ। ਸਾਨੂੰ ਸਿੱਖਾਂ ਦੇ ਉੱਤੇ ਸਾਡੇ ਬਹੁਤ ਵੱਡੇ ਭਾਗ ਨੇ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਨਾਲ ਸਾਡੀ ਸੋਚ ਜਿਹੜੀ ਆ ਦਇਆ, ਧਰਮ, ਹਿੰਮਤ, ਮੋਹਕਮ ਤੇ ਸਾਹਿਬ ਦੀ ਪ੍ਰਾਪਤੀ ਜਿਹੜੀ ਆ ਉਹਦੇ ਵੱਲ ਸਾਨੂੰ ਸਿੱਖਿਆ ਇਹਨਾਂ ਪੰਜਾਂ ਪਿਆਰਿਆਂ ਦੇ ਨਾਮ ਵਿੱਚ ਹੈ। ਹਾਂਜੀ ਹਾਂਜੀ। ਸੋ ਹੁਣ ਮੇਰੇ ਵੀਰ ਜੀ ਬੜੇ ਸਤਿਕਾਰਯੋਗ, ਆਪ ਸਾਰੇ ਜਾਣਦੇ ਹੋ, ਭਾਈ ਜਸਮੇਰ ਸਿੰਘ ਜੀ ਹੋਠੀ, ਬੜੀ ਮਾਲਕ ਦੀ ਕਿਰਪਾ ਹੈ। ਜਿੱਥੇ ਸਾਰੇ ਜਿਵੇਂ ਗੁਰਬਾਣੀ ਵਿੱਚ ਆਉਂਦਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਫਿਰ, ਸਾਰਾ ਪਰਿਵਾਰ ਗੁਰਸਿੱਖੀ ਦੇ ਵਿੱਚ ਹੈ ਤੇ ਗੁਰਸਿੱਖ ਵਿੱਚ ਰੱਤੇ ਹੋਏ ਨੇ। ਬੱਚੇ ਵੀ ਕੀਰਤਨ ਕਰਦੇ ਨੇ, ਅੱਡੋ ਅੱਡ ਬਹੁਤ ਸੁਖੀ ਨੇ, ਮਹਾਰਾਜ ਦੀ ਕਿਰਪਾ ਹੈ। ਬੇਟੀਆਂ ਵੀ ਸਾਰੇ ਕੇਸਕੀਆਂ ਦਸਤਾਰਾਂ ਸੁਣਾਉਂਦੀਆਂ ਨੇ। ਸੋ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਕਿਰਪਾ ਕੀਤੀ ਹੈ। ਜਿੱਥੇ ਇਹਨਾਂ ਨੇ 3 ਕਿਤਾਬਾਂ ਵੀ ਲਿਖੀਆਂ ਨੇ ਤੇ ਉਹ ਵੀ ਅੱਜ ਇਸ ਅਕਾਲ ਚੈਨਲ ਤੇ ਪਹਿਲੀ ਵਾਰ ਆਏ ਨੇ। ਸੋ ਅੱਗੇ ਤੋਂ ਵੀ ਬੇਨਤੀ ਕਰਾਂਗੇ, ਪ੍ਰੋਗਰਾਮ ਜਿਹੜਾ ਆਪਾਂ ਚਲਾਇਆ ਰਲ ਮਿਲ ਕੇ ਇਸ ਨੂੰ ਆਪਾਂ ਸਤਿਗੁਰੂ ਜੀ ਕਿਰਪਾ ਕਰਨ। ਸੋ ਇਹ ਗੁਰਸਿੱਖੀ ਦਾ ਪ੍ਰਚਾਰ ਕੋਈ ਇੱਕ ਬੰਦਾ ਨਹੀਂ ਕਰ ਸਕਦਾ। ਆਪਾਂ ਜਿਹੜਾ ਅੰਮ੍ਰਿਤ ਛਕ ਲੈਂਦਾ ਉਹ ਪ੍ਰਚਾਰਕ ਹੈ। ਰਲ ਮਿਲ ਕੇ ਆਓ ਇਸ ਪ੍ਰੋਗਰਾਮ 'ਚ ਹਿੱਸਾ ਪਾਈਏ। ਸੋ ਮੈਂ ਸਤਿਕਾਰਯੋਗ ਭਾਈ ਜਸਮੇਰ ਸਿੰਘ ਜੀ ਹੋਠੀ ਉਹਨਾਂ ਨੂੰ ਬੇਨਤੀ ਕਰਾਂਗਾ, ਜੋ ਇਹ ਪ੍ਰੋਗਰਾਮ ਚਲਾਇਆ ਹੈ ਸੋ ਅੰਮ੍ਰਿਤ ਗੁਰ ਤੇ ਪਾਇਆ, ਆਪ ਜੀ ਚੰਦ ਲਫ਼ਜ਼ਾਂ ਦੇ ਬਾਰੇ ਸੰਗਤਾਂ ਨੂੰ ਦੱਸੋ ਜੀ। ਬੜੀ ਸਤਿਗੁਰਾਂ ਨੇ ਕਿਰਪਾ ਕੀਤੀ ਆ। ਇਹ ਪ੍ਰੋਗਰਾਮ ਬਹੁਤ ਲੋੜੀਂਦਾ ਸੀਗਾ। ਇਹ ਭਾਵੇਂ ਬਾਕੀ ਚੈਨਲ ਵੀ ਚੱਲ ਰਹੇ ਹਨ, ਪਰ ਜਿਹੜੇ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਬਾਰੇ ਜਿਹੜਾ ਵਿਖਿਆਨ, ਜਿਹੜਾ ਡਿਸਕਸ਼ਨ ਕਰਨਾ ਉਹ ਬਹੁਤ ਜ਼ਰੂਰੀ ਆ। ਕਿਉਂਕਿ ਇਹਦੇ ਬਾਰੇ ਬਹੁਤ ਘੱਟ ਦੇਖਿਆ ਜਾਂਦਾ। ਕਿਤੇ ਭਾਵੇਂ ਅੰਮ੍ਰਿਤ ਸੰਚਾਰ ਹੁੰਦੇ, ਡਿਸਕਸ਼ਨ ਬਹੁਤ ਘੱਟ ਹੁੰਦੇ ਆ। ਤੇ ਬੜੀ ਅਕਾਲ ਚੈਨਲ ਨੂੰ ਇਹ ਵਧਾਈ ਹੈ ਇਸ ਵਿਸ਼ੇ ਤੇ ਜਿਹੜਾ ਇਹ ਪ੍ਰੋਗਰਾਮ ਚਲਾ ਰਿਹਾ ਹੈਗਾ। ਤੇ ਇਹ ਸਤਿਗੁਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਜੋਤਾਂ ਜਿੱਦਾਂ ਕਾਇਆ ਬਦਲਦੀ ਰਹੀ, ਉਸ ਤਰ੍ਹਾਂ ਮਹਾਰਾਜ ਨੇ ਗਾਂ ਤੋਂ ਗਾਂ ਗੱਦੀ ਦਿੱਤੀ। ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਅਪਾਰ ਸੋਚਣੀ ਸੀ, ਬਹੁਤ ਦੂਰ ਅੰਦੇਸ਼ੀ ਸੀ। ਜੇ ਉਹਨਾਂ ਨੇ ਇਹ ਜਿਹੜੀ ਪੰਜਾਂ ਦੇ ਵਿੱਚ ਉਹਨੇ ਕਿਹਾ ਕੋਈ ਵੀ ਕਿਸੇ ਨੂੰ ਕੋਈ ਇਕੱਲਾ ਭਾਵੇਂ ਕਿੰਨਾ ਵੱਡਾ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਹੋਵੇ, ਉਹਨੂੰ ਅਧਿਕਾਰ ਨਹੀਂ, ਉਹਨੂੰ ਅਧਿਕਾਰ ਨਹੀਂ ਕਿ ਉਹ ਨਾਮ ਦੇ ਦੇਵੇ। ਨਾਮ ਦਾ ਅਧਿਕਾਰ ਸਿਰਫ ਪੰਜਾਂ ਪਿਆਰਿਆਂ ਨੂੰ, ਪੰਜਾਂ ਦੇ ਵਿੱਚ ਹੀ ਉਹ, ਪੰਜਾਂ 'ਚ ਮੇਰਾ ਵਾਸਾ, ਜਿਹੜੇ 5 ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ 'ਚ ਆ, ਰਹਿਤਵਾਨ ਸਿੱਖ ਆ, ਉਹੋ ਹੀ ਇਹ ਅੰਮ੍ਰਿਤ ਗਾਂ ਸੰਚਾਰ ਕਰ ਸਕਦੇ ਆ। ਠੀਕ ਹੈ, ਹਾਂਜੀ, ਇਹ ਬਹੁਤ ਜ਼ਰੂਰੀ ਹੈਗੀ ਆ। ਇਹ ਬੜੀ ਮਹਾਰਾਜ ਨੇ ਬੜੀ ਬੇਅੰਤ ਲੀਲਾ, ਜਦੋਂ ਬੰਦਾ ਦੇਖਦਾ, ਸੁਣਦਾ, ਸਮਝਦਾ, ਕਿੱਦਾਂ ਆਪਾਂ ਕਹਿੰਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਭਾਈ ਗੁਰਦਾਸ ਜੀ ਨੇ ਕਿਹਾ। ਉਹਨਾਂ ਨੇ ਆਪ ਅੰਮ੍ਰਿਤ ਛਕ ਕੇ ਤਾਂ ਹੋਰਨਾਂ ਨੂੰ ਇਹ ਜਾਣੀ ਬੇਨਤੀ ਕਰਕੇ ਪੰਜਾਂ ਤੋਂ ਆਪ ਅੰਮ੍ਰਿਤ ਛਕਿਆ। ਹਾਲੇ ਕਿ ਆਪ ਉਹ ਅੰਮ੍ਰਿਤ ਦੇ ਸੋਮੇ ਸੀ, ਹਰ ਇੱਕ ਤਰ੍ਹਾਂ ਅੰਮ੍ਰਿਤ ਨਾਲ ਭਰਪੂਰ ਸੀਗੇ। ਪਰ ਉਹਨੇ ਕਿਹਾ ਕਿ ਕੱਲ ਨੂੰ ਕੋਈ ਨਾ ਕਿਸੇ ਨੇ ਤਰਕ ਕਰ ਦੇਣੀ ਆ
ਵੀ ਮਹਾਰਾਜ ਨੇ ਕਿਹੜਾ ਛਕਿਆ ਸੀ, ਹਾਂ ਹਨਾ, ਵੀ ਅਸੀਂ ਸਾਨੂੰ ਛਕਣ ਦੀ ਕੀ ਲੋੜ ਹੋ। ਬਿਲਕੁਲ ਠੀਕ ਤਾਂ ਹੈ। ਮਹਾਰਾਜ ਤਾਂ ਕਹਿੰਦੇ ਮਹਾਰਾਜ ਦੀ ਬੜੀ ਉੱਚੀ ਸੁੱਚੀ ਇਹ ਸੋਚ ਜਿਹੜੀ ਸੀ। ਅਸੀਂ 84 ਲੱਖ ਚੋਂ ਘੁੰਮਦੇ ਆਏ ਹਾਂ, ਹਾਂ। 84 ਲੱਖ ਜੋ ਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਹਾਂ। ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਏਗਾ। ਸੋ ਇਹ ਜਾਨੀ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ, ਪਤਾ ਨਹੀਂ ਕਿੱਥੇ ਕਿੱਥੇ ਅਸੀਂ ਘੁੰਮਦੇ ਆਏ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋ ਮਿਲ ਜਗਦੀਸ਼ ਮਿਲਣ ਕੀ ਵਰੀਆ। ਇਹ ਸਾਡੀ ਵਾਰੀ, ਇਹ ਸਾਨੂੰ ਮਨੁੱਖਾ ਜਨਮ ਮਿਲਿਆ ਹੀ ਮਹਾਰਾਜ ਦੇ ਨਾਲ ਲੜ ਲੱਗਣ ਦੇ ਨਾਲ ਵਾ। ਤੇ ਇਹ ਬਹੁਤ ਜ਼ਰੂਰੀ ਆ, ਇਹ ਜਿਹੜਾ ਅੰਮ੍ਰਿਤ ਦਾ ਵਿਸ਼ਾ, ਇਹਨੂੰ ਹੋਰ ਬਹੁਤ ਵਿਸਥਾਰ ਦੇ ਨਾਲ ਕੀਤਾ ਜਾ ਸਕਦਾ, ਵੱਖਰੇ ਵੱਖਰੇ ਇਹਨੂੰ ਆਪਾਂ ਹੌਲੀ ਹੌਲੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਆਪਾਂ ਹੌਲੀ ਹੌਲੀ ਇੱਕ ਇੱਕ ਵਿਸ਼ੇ ਤੇ ਗੱਲ ਕਰਿਆ ਕਰਾਂਗੇ, ਜਿਵੇਂ ਕੇਸ, ਇਹਨਾਂ ਦੀ ਮਹਾਨਤਾ ਬਾਰੇ, ਫਿਰ ਕੜਾ ਕੰਗਾ, ਪੰਜਾਂ ਕਕਾਰਾਂ ਦੀ, ਇੱਕ ਇੱਕ ਚੀਜ਼ ਦੀ, ਸੋ ਪੰਜ ਬਾਣੀਆਂ ਦੀ, 4 ਬੱਜਰ ਕਰੇਤਾਂ ਦੀ, ਹੌਲੀ ਹੌਲੀ ਵਿਸਥਾਰ ਦੇ ਨਾਲ ਆਪਾਂ ਜਿਵੇਂ ਸਤਿਗੁਰੂ ਜੀ ਆਪ ਕਰਾਉਣਗੇ ਤੇ ਉਸੇ ਤਰ੍ਹਾਂ ਆਪਾਂ ਕਰਾਂਗੇ। ਹਾਂਜੀ ਬਿਲਕੁਲ। ਮਹਾਰਾਜ ਨੇ ਕਿੰਨੀਆਂ ਆਪ ਸਾਰਾ ਸਰਬੰਸ ਵਾਰ ਦਿੱਤਾ ਜਾਣੀਆਂ ਨੇ। ਇਹ ਦੇਖਿਆ ਜਾਵੇ, ਜੇ ਅਸੀਂ ਸੋਚੀਏ, ਅਸੀਂ ਆਪਣੇ ਪਰਿਵਾਰ ਦੇ ਨਾਲ ਕਿੰਨਾ ਸਾਡਾ ਮੋਹ ਹੋ ਜਾਂਦਾ, ਜੇ ਸਾਡੇ ਬੱਚੇ ਨੂੰ ਕੋਈ ਥੋੜਾ ਜਿਹਾ ਦੁੱਖ ਤਕਲੀਫ ਹੋਵੇ ਤਾਂ ਕਿੰਨਾ ਅਸੀਂ ਤੜਫ ਜਾਂਦੇ ਹਾਂ, ਕਿੰਨੇ ਅਸੀਂ ਚਿੰਤਾ 'ਚ ਪੈ ਜਾਂਦੇ ਹਾਂ। ਮਹਾਰਾਜ ਨੇ ਆਪ ਆਪਣੇ ਹੁੰਦਿਆਂ ਛੋਟੇ ਛੋਟੇ ਬੱਚਿਆਂ ਨੂੰ ਕੰਧਾਂ ਚੜਾਇਆ, ਹਾਂਜੀ, ਚਮਕੌਰ ਦੀ ਗੜੀ 'ਚ ਗਾਂ ਭੇਜਿਆ, ਆਪ ਮੋਹਰੇ ਹੋ ਕੇ। ਤੇ ਜਿਹੜੀ ਮਹਾਰਾਜ ਦੀ ਜਦੋਂ ਅਸੀਂ ਲੀਲਾ ਪੜ੍ਹੀਏ, ਉਹਨਾਂ ਨੇ ਮਨੁੱਖੀ ਜਨਮ 'ਚ ਹੋ ਕੇ ਸਾਰੇ ਕਾਰਜ ਕੀਤੇ। ਹਾਲੇ ਕਿ ਹੋਰ ਜਿਹੜੇ, ਇਹ ਤਾਂ ਮਹਾਰਾਜ ਆਪ ਸਮਰੱਥ ਸੀ, ਜੋ ਮਰਜ਼ੀ ਕਰ ਸਕਦੇ ਸੀ, ਤਾਂ ਉਹਨਾਂ ਨੇ ਸਾਡੇ ਮਨੁੱਖੀ ਤਲ ਤੇ ਰਹਿ ਕੇ ਜੋ ਸਾਨੂੰ ਉਪਦੇਸ਼ ਬਖਸ਼ਿਆ ਕਿ ਇਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਕਈ ਵਾਰੀ ਕਈ ਸੱਜਣ ਕਹਿ ਦਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਆ, ਕੀ ਹੋਇਆ ਨਹੀਂ ਅੰਮ੍ਰਿਤ ਛਕਿਆ ਤਾਂ। ਠੀਕ ਹੈ, ਪਰ ਮਨ ਸਾਫ ਹੈ ਸਾਡਾ, ਮਨ ਸਾਫ ਹੋਣਾ ਚਾਹੀਦਾ। ਇਹ ਜਾਨੀ ਅਸੀਂ ਜਿਹੜੇ ਇਹ ਜਿਹੜੇ ਜਪਦੇ ਆ, ਜਿਹੜਾ ਕੋਈ ਇਦਾਂ ਦਾ ਜਪਦਾ ਪ੍ਰਾਣੀ, ਉਹ ਆਪਣੀ ਮਰਜ਼ੀ ਨਾਲ ਜਪਦਾ। ਜਦੋਂ ਅੰਮ੍ਰਿਤ ਛਕ ਕੇ ਸਕੂਲ 'ਚ ਦਾਖਲਾ ਲੈ ਲਿਆ, ਗਿਣਤੀ ਉਹਦੀ ਉਹ ਗੁਰੂ ਨੇ ਜਦੋਂ ਦ੍ਰਿੜ ਕਰਾਤਾ। ਜੇ ਸਕੂਲ 'ਚ ਦਾਖਲਾ ਨਹੀਂ, ਜਿੰਨੀ ਮਰਜ਼ੀ ਪੜ੍ਹਾਈ ਕਰੀ ਜੋ, ਕੋਈ ਵੈਲਿਊ ਨਹੀਂ ਨਾ, ਕੋਈ ਯੂਨੀਵਰਸਿਟੀ ਵੈਲੀਡੇਟ ਨਹੀਂ ਕਰੇਗੀ ਤੁਸੀਂ ਕਿੰਨੀ ਪੜ੍ਹਾਈ ਹੋ, ਭਾਵੇਂ ਐਮਏ ਦੀ ਡਿਗਰੀ ਹੋਵੇ। ਠੀਕ ਹੈ, ਠੀਕ ਹੈ, ਹਾਂਜੀ। ਪਰ ਇਦਾਂ ਪਿਛਲੀ ਹੁੰਦੀ ਕਈ ਵਾਰੀ ਕਮਾਈ, ਹੁਣ ਤੁਸੀਂ ਆਪਾਂ ਸਾਰੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਅੰਮ੍ਰਿਤ ਪੰਜਾਂ 'ਚ ਭਾਗ ਲੈ ਹੈਗੇ ਆ, ਤਾਂ ਕਈ ਜਾਣੀ ਇੰਨੇ ਪੁਰਾਣੇ ਉਹਨਾਂ ਦੇ ਸੰਸਕਾਰ ਚੰਗੇ ਹੁੰਦੇ ਆ, ਉਹ ਅੰਮ੍ਰਿਤ ਛਕਦੇ ਲੋਟ-ਪੋਟ ਹੋ ਜਾਂਦੇ ਆ, ਗੜੂੰਦ ਹੋ ਜਾਂਦੇ ਆ, ਪਿਛਲੀ ਕਮਾਈ ਹੁੰਦੀ। ਠੀਕ ਹੈ ਨਾ, ਉਹ ਇਸ ਕਰਕੇ ਇਹ ਬਹੁਤ ਜ਼ਰੂਰੀ ਆ। ਉਹ ਜਿਹੜਾ ਕੋਈ ਆਪਣੇ ਆਪ ਨਾਮ ਜਪਦਾ ਚੰਗਾ ਹੈ, ਚੰਗੀ ਗੱਲ ਆ, ਤੇ ਜਿਹੜਾ ਮਹਾਰਾਜ ਦ੍ਰਿੜ ਕਰਾ ਦੇਣ, ਉਹ ਮਹਾਰਾਜ ਦੇ ਹੁਕਮ 'ਚ ਜਪਦਾ, ਉਹਦਾ ਬਹੁਤ ਜ਼ਿਆਦਾ ਫਲ ਹੈ। ਕਿੰਨੀ ਸੋਹਣੀ ਤੁਸੀਂ ਗੱਲ ਕੀਤੀ ਵੀ ਇਸ ਸਿੱਖੀ ਦੀ ਖਾਤਰ ਸਤਿਗੁਰੂ ਜੀ ਨੇ ਆਪਣਾ ਪਰਿਵਾਰ ਵੀ ਸਾਰਾ ਸਾਡੇ ਤੋਂ ਸਿੱਖੀ ਤੋਂ ਕੁਰਬਾਨ ਕਰਕੇ ਆਖਿਆ ਵੀ ਮੇਰਾ ਪੰਥ ਵਸੇ, ਮੈਂ ਉਜੜਾ, ਮਨ ਚਾਹੋ ਹਨੇਰਾ। ਕੋਈ ਦੁਨੀਆ ਤੇ ਇਹੋ ਜਿਹਾ ਨਹੀਂ, ਇਤਿਹਾਸ ਵਿੱਚ ਪਹਿਲੀ ਵਾਰ ਹੈ। ਜੇ ਆਪਾਂ ਇਤਿਹਾਸ ਨੂੰ ਵਾਚੀਏ ਤਾਂ ਵੇਖੋ, ਰੂਪ ਤੇ ਬਸੰਤ ਤੁਰ ਗਏ, ਧਾਹਾਂ ਮਾਰ ਕੇ ਖੜਗ ਸੈਣ ਰੋਇਆ, ਰਾਮ ਤੇ ਲక్ష్మణ ਤੁਰ ਗਏ, ਪਿਤਾ ਡਿੱਗ ਕੇ ਮਹਿਲ ਤੋਂ ਮੋਇਆ, ਜਦੋਂ ਅਭਿਮਨਿਊ ਚੱਲਿਆ ਸੀ ਕਿ ਅਰਜਨ ਵਰਗੇ ਰੋਏ, ਉੱਕ ਗਏ ਨਿਸ਼ਾਨੇ ਅੱਖਾਂ ਦੇ ਸੀ ਕਿ ਹੱਥਾਂ 'ਚੋਂ ਧਨੁਸ਼ ਢਿੱਲੇ ਹੋਏ, ਲੋਥ ਸੋਹਰਾਬ ਦੀ ਉੱਤੇ ਸੀ ਰੁਸਤਮ ਨੇ ਕੀਰਨੇ ਪਾਏ, ਪੁੱਤ ਪਹਾੜ ਦੇ ਉੱਤੇ ਵੱਡੇ ਸੀ ਅੱਖਾਂ ਤੇ ਪੱਟੀਆਂ ਬਣਾਏ ਇਬਰਾਹੀਮ, ਧੰਨ ਗੁਰੂ ਗੋਬਿੰਦ ਸਿੰਘ, ਦੱਸ ਤੇਰੇ ਬਿਨਾ ਕਿੰਨੇ ਨੀਆਂ ਵਿੱਚ ਪੁੱਤ ਨੇ ਚਣਾਏ। ਐਸੇ ਸਤਿਗੁਰੂ ਜੀ ਜਿਨ੍ਹਾਂ ਆਖਿਆ, ਇਹਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁੱਤ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਰੀ ਹਜ਼ਾਰ। ਇਨ ਸਾਡੇ ਉੱਤੋਂ, ਇਸ ਪੰਥ ਉੱਤੋਂ, ਸਾਡੇ ਉੱਤੋਂ ਸਾਰਾ ਸਰਬੰਸ ਵਾਰਿਆ ਐਸੇ ਸਤਿਗੁਰੂ ਜੀ। ਸੋ ਹੁਣ ਮੈਂ ਗਿਆਨੀ ਜੀ ਹਨਾ ਵੱਲ ਆਵਾਂ। ਸਤਿਕਾਰਯੋਗ ਗਿਆਨੀ ਜੀ, ਕਈ ਵਾਰੀ ਅਸੀਂ ਅੰਮ੍ਰਿਤ ਛਕ ਕੇ ਕਿਉਂ ਭੁੱਲਣ, ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਆਪ ਜੀ ਜਿੱਥੇ ਬੈਠੇ ਸੁਣ ਰਹੇ ਹੋ, ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਐਸੇ ਆਉਂਦੇ ਵੀ ਸਾਡੇ ਤੋਂ ਜੀ ਅੰਮ੍ਰਿਤ ਛਕਿਆ ਸੀ, ਕੁਦਰਤੀ ਅਸੀਂ ਹਸਪੀਟਲ ਗਏ, ਸਾਡਾ ਆਪਰੇਸ਼ਨ ਹੋ ਗਿਆ। ਆਪਰੇਸ਼ਨ ਜਦੋਂ ਵੀ ਜਾਣਾ, ਉਹਨਾਂ ਦਾ ਰੂਲ ਹੈ, ਉਹਨਾਂ ਨੇ ਰੋਮ ਜਿਹੜੇ ਕੱਟਣੇ ਹੁੰਦੇ ਨੇ। ਉਹ ਕਿਹੜੀ ਭੁੱਲ ਹੈ, ਕਈ ਵਾਰੀ ਸਾਡੇ ਤੋਂ ਹੋ ਜਾਂਦੀ, ਸਾਨੂੰ ਪਤਾ ਹੀ ਨਹੀਂ ਹੁੰਦਾ, ਅਸੀਂ ਉਸੇ ਤਰ੍ਹਾਂ ਹੀ ਤੁਰੇ ਫਿਰਦੇ ਹਾਂ। ਕਈ ਵਾਰੀ ਅੰਮ੍ਰਿਤ ਛਕਣ ਆਉਂਦੇ ਨੇ, ਉਹ ਕਹਿੰਦੇ ਸਾਡੇ ਤਾਂ ਕਈ ਸਾਲ ਹੋ ਗਏ, ਸਾਨੂੰ ਪਤਾ ਹੀ ਨਹੀਂ ਸੀਗਾ, ਸਾਡੇ ਤੋਂ ਆਹ ਗਲਤੀ ਹੋ ਗਈ। ਉਹ ਕਿਹੜੀ ਭੁੱਲ ਹੈ ਜਿਹੜੀ ਬੰਦੇ ਤੋਂ ਹੋ ਜਾਵੇ, ਜਿਹਨੂੰ ਬੱਜਰ ਕਰਾਇਤ ਕਿਹਾ ਜਾਂਦਾ ਵੀ ਦੁਬਾਰਾ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਛਕਣਾ ਪੈਂਦਾ ਹੈ, ਜਿਹਨੂੰ ਅਸੀਂ 4 ਬੱਜਰ ਕਰਾਇਤਾਂ ਕਹਿੰਦੇ ਹਾਂ। ਆਪ ਜੀ ਥੋੜਾ ਸਾਨੂੰ ਇਹਦੇ ਬਾਰੇ ਚਾਨਣ ਪਾਓ ਵੀ ਉਹ ਕਿਹੜੀਆਂ ਕਰਾਇਤਾਂ ਨੇ ਜਿਨ੍ਹਾਂ ਤੋਂ ਸਾਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ। ਬੇਨਤੀ ਆ ਸਤਿਕਾਰਯੋਗ ਵੀਰ ਜੀ, ਤੁਹਾਡੇ ਬੋਲਣ ਚੋਂ ਦਾਸ ਨੂੰ ਕੁਝ ਹੋਰ ਚੇਤੇ ਆਇਆ। ਜਿਵੇਂ ਆਪ ਜੀ ਕਹਿ ਰਹੇ ਸੀ ਵੀ ਕਲਗੀਆਂ ਵਾਲੇ ਪਿਤਾ ਨੇ ਸਭ ਤੋਂ ਪਹਿਲੇ
ਵੀਰ ਆਸਣ ਹੋ ਕੇ ਤੇ ਬੁੱਕ ਅੱਗੇ ਡਾਹ ਕੇ ਚੋਲਾ ਅੱਗੇ ਕਰਕੇ ਪੰਜ ਪਿਆਰਿਆਂ ਕੋਲੋਂ ਸਭ ਤੋਂ ਪਹਿਲਾਂ ਅੰਮ੍ਰਿਤ ਛਕਿਆ, ਵੀ ਕੋਈ ਕਿੰਤੂ ਨਾ ਕਰੇ ਵੀ ਮਹਾਰਾਜ ਸਾਹਿਬ ਨੇ ਆਪ ਨਹੀਂ ਸੀ ਛਕਿਆ। ਵਾਹਿਗੁਰੂ ਵਾਹਿਗੁਰੂ। ਵੀਰ ਦੇ ਇਹ ਬੋਲਣ ਤੋਂ ਦਾਸ ਦੇ ਫੁਰਨੇ 'ਚ ਕੁਝ ਬਚਨ ਹੋਰ ਆਏ, ਪਹਿਲਾਂ ਉਹ ਸਾਂਝੇ ਕਰ ਲਵਾਂ। ਕਿਉਂਕਿ ਮਹਾਰਾਜ ਸਾਹਿਬ ਨੇ ਬੜੀ ਭਾਰੀ ਕਿਰਪਾ ਕੀਤੀ ਇਸ ਅੰਮ੍ਰਿਤ ਦੀ ਦਾਤ ਜਦੋਂ ਪੰਜ ਪਿਆਰਿਆਂ ਕੋਲੋਂ ਮੰਗੀ, ਤੇ ਪੰਜ ਪਿਆਰਿਆਂ ਕੁਝ ਦੇਣ 'ਚ ਝਿਜਕ ਵੀ ਮੰਨਿਆ ਕਿ ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਨੂੰ ਅੰਮ੍ਰਿਤ ਛਕਾਈਏ। ਮਹਾਰਾਜ ਸਾਹਿਬ ਕਹਿੰਦੇ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਆਰੰਭ ਕਰ ਗਏ ਨੇ। गुरु खालसा खालसा गुरु करूँ मैं अब, जैसे गुरु नानक जी अंगत को कीन्यो, शंक न कीजे निशंक होए दीजे, आ अमृत छकाओ जैसे तुम लीनियो। जिवें तुसा मैनू अमृत मैं तुहानू छकाया ते तुसी मैनू छकाओ। खालसा गुरु गुरु खालसा मैं भेद मेटना चाहुंदा है। जिवें गुरु नानक पातशाह आरंभता कर गए, लैणा जी तो भाव जदों अंगत बनाया ते सिंघासन ते बिठा के ਉਹਦੀਆਂ ਬਕਰਮਾਂ ਕਰਕੇ ਉਹਨੂੰ ਸੀਸ ਝੁਕਾ ਦਿੱਤਾ। ਇਸ ਤਰ੍ਹਾਂ ਅੱਜ ਤੋਂ ਤੁਸੀਂ ਗੁਰੂ ਖਾਲਸਾ ਹੋ ਪੰਜ ਪਿਆਰੇ। ਤੇ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਆਪ ਅੰਮ੍ਰਿਤ ਛਕ ਕੇ ਸਭ ਤੋਂ ਪਹਿਲੇ ਆਪਣੀ ਮਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਤਾ ਕਲਗੀਧਰ ਪਿਤਾ ਦੀ ਦਾਦੀ ਮਾਤਾ ਨਾਨਕੀ ਨੂੰ ਅੰਮ੍ਰਿਤ ਛਕਾਇਆ। ਤਾਂ ਮਹਾਰਾਜ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਗੁਜਰ ਕੌਰ ਬਣਾਇਆ, ਆਪਣੇ ਮਹਿਲਾਂ ਨੂੰ ਤੇ ਸਾਹਿਬਜ਼ਾਦਿਆਂ ਚਾਵਾਂ ਨੂੰ ਅੰਮ੍ਰਿਤ ਛਕਾਇਆ, ਤਾਂ ਉਹਨਾਂ ਦੇ ਨਾਂ ਸਿੰਘ ਨੇ। ਇਸ ਪ੍ਰਕਾਰ ਸਾਰੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਛਕਾਇਆ। ਸੋ ਕਹੋ ਕਬੀਰ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ। ਬੇੜੇ ਦੀਆਂ ਪੰਕਤੀਆਂ ਅਨੁਸਾਰ ਇੱਥੋਂ ਆਰੰਭਤਾ ਮਹਾਰਾਜ ਸਾਹਿਬ ਨੇ ਕੀਤੀ। ਫਿਰ ਗੁਰਮੁਖੋ ਹੋਰ ਧਿਆਨ ਦੇਣ ਦੀ ਲੋੜ ਹੈ। ਬਾਬੇ ਬੁੱਢੇ ਜੀ ਦੀ ਅੰਸ਼ ਬੰਸ ਰਾਮ ਕੌਰ ਜੀ ਬ੍ਰਹਮ ਗਿਆਨੀ ਵਸਤਾਰੂ ਹਾਸਲ ਸੀ, ਜਿਨ੍ਹਾਂ ਨੇ ਸਵੇਰ ਦੇ ਦੀਵਾਨ 'ਚ ਬੇਨਤੀ ਕੀਤੀ ਹੈ ਅੰਤਰਜਾਮਤਾ ਨਾਲ। ਸੋ ਦੂਸਰੇ ਸਰੂਪ ਤੋਂ ਲੈ ਕੇ ਨਵਾਂ ਸਰੂਪਾਂ ਦੇ ਕੌਤਕ ਸਾਰੇ ਅੰਤਰਜਾਮਤਾ ਨਾਲ ਲਿਖਵਾ ਕੇ ਇਤਿਹਾਸ ਕਾਇਮ ਕੀਤਾ। ਏਡੀ ਵੱਡੀ ਹਸਤੀ ਸੀ। ਤੇ ਗੁਰੂ ਸਾਹਿਬਾਂ ਦੀ ਪ੍ਰੇਰਨਾ ਅਨੁਸਾਰ ਜਦੋਂ ਮਾਤਾ ਸੁਖਮਨੀ ਸਾਹਿਬ ਪੜ੍ਹ ਰਹੀ ਜਾਂ ਸੁਣ ਰਹੀ ਸੀ ਬ੍ਰਹਮ ਗਿਆਨੀ ਦੀ ਅਵਸਥਾ, ਤੇ ਦਰਸ਼ਨਾਂ ਦੀ ਮੰਗ ਕੀਤੀ, ਤੇ ਅੰਮ੍ਰਿਤਸਰ ਧਰਤੀ ਤੋਂ ਆਕਸ਼ਿਸ਼ ਪਾ ਕੇ ਪ੍ਰੇਰਨਾ ਨਾਲ, ਕੋਈ ਫੋਨ ਨਹੀਂ ਉਹਨਾਂ ਸਮਿਆਂ 'ਚ ਸੀ, ਤੇ ਬ੍ਰਹਮ ਗਿਆਨੀ ਗੁਪਤ ਹੋ ਕੇ ਤੇ ਪ੍ਰਗਟ ਹੋ ਗਏ। ਅਨੰਦਪੁਰ ਸਾਹਿਬ ਇੰਨੀ ਹਸਤੀ ਉੱਚੀ ਸੀ, ਇੰਨੀ ਤਾਕਤ ਸੀ। ਤੇ ਰਾਮ ਕੌਰ ਨੇ ਜਦੋਂ ਮੰਗ ਕੀਤੀ, ਮਹਾਰਾਜ ਸਾਹਿਬ ਮੈਨੂੰ ਕੀ ਹੁਕਮ ਹੈ? ਕਹਿੰਦੇ ਬ੍ਰਹਮ ਗਿਆਨੀ ਰਾਮ ਕੌਰ ਤੈਨੂੰ ਅੰਮ੍ਰਿਤ ਛਕਣ ਦਾ ਹੁਕਮ ਹੈ। ਕੋਈ ਵੀਰ ਸਿਰ ਫੇਰੂ, ਪਰ ਮੈਨੂੰ ਲੋੜ ਨਹੀਂ। ਉਹਨੇ ਅੰਮ੍ਰਿਤ ਛਕ ਕੇ ਤੇ ਫਿਰ ਗੁਰਬਖਸ਼ ਸਿੰਘ ਨਾਂ ਰਖਾਇਆ ਸੀ। ਬਾਬੇ ਬੁੱਢੇ ਦੀ ਅੰਸ਼ ਬੰਸ ਵਾਲੇ ਨੇ। ਗੁਰਮੁਖੋ ਹੋਰ ਧਿਆਨ ਦੇਵੋ, ਸਤਿਯੁਗ ਤੋਂ ਲੈ ਕੇ ਬ੍ਰਹਮਾਨੰਦ ਦੇ ਚੇਲੇ ਜਿਨ੍ਹਾਂ ਦਾ ਨਾਂ ਨੌ ਆਨੰਦ ਹੈ, ਜਿਨ੍ਹਾਂ ਦੇ ਨਾਂ ਤੋਂ ਨਿਦੇੜ ਪ੍ਰਚਲਿਤ ਹੋਇਆ ਹੈ। ਸੋ ਜਦੋਂ ਮਹਾਰਾਜ ਸਾਹਿਬ ਉੱਥੇ ਗਏ ਸਨ, ਥੜੇ ਤੇ ਬੈਠੇ ਸਨ, ਤੇ ਨੌ ਆਨੰਦਾਂ ਦੀਆਂ ਸਮਾਧੀਆਂ ਖੁੱਲੀਆਂ, ਗੁਰੂ ਚਰਨਾਂ 'ਚ ਹਾਜ਼ਰ ਹੋਏ। ਸੋ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਤੁਸੀਂ ਨਿਰੰਜਨੀ ਜੋਤ ਹੋ। ਹਜ਼ੂਰ ਕਹਿੰਦੇ ਤੁਹਾਡੇ ਕੋਲ ਸਾਡੀ ਮਾਨਤ ਪੋਥੀ ਹੈ, ਗੁੜਕਾ ਹਾਜ਼ਰ ਕਰੋ। ਹਾਜ਼ਰ ਕੀਤਾ ਤੇ ਸਮਝ ਪੈ ਗਈ ਸਾਨੂੰ ਵੀ ਠੀਕ ਹੈ। ਪੁੱਛਿਆ ਕਦੋਂ ਦੇ ਬੈਠੇ ਤੇ ਕੌਣ ਹੋ? ਕਹਿੰਦੇ ਜੀ ਸਤਿਯੁਗ ਦੇ ਬੈਠੇ ਐ, ਬ੍ਰਹਮਾਨੰਦ ਦੇ ਚੇਲੇ ਹਾਂ। ਸਾਡਾ ਗੁਰੂ ਜਿਸ ਥੜੇ ਤੇ ਆਪ ਜੀ ਬੈਠੇ ਹੋ, ਇਸ ਦੀਆਂ ਬਕਰਮਾਂ ਕਰਕੇ ਫੁੱਲ ਚੜਾ ਕੇ ਮੱਥੇ ਟੇਕਿਆ ਕਰਦਾ। ਅਸੀਂ ਕਾਰਨ ਪੁੱਛਿਆ, ਉਹਨਾਂ ਕਿਹਾ ਸੀ ਇਹ ਨਿਰੰਜਨੀ ਜੋਤ ਦਾ ਤਪ ਸਥਾਨ ਹੈ। ਅਸੀਂ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ, ਤੇ ਸਾਨੂੰ ਕਹਿੰਦੇ ਵੀ ਕਲਯੁਗ ਵਿੱਚ ਆਉਣੇ ਨੇ, ਗੁਰੂ ਨਾਨਕ ਪਾਤਸ਼ਾਹ ਦੇ 10ਵਾਂ ਸਰੂਪ ਧਾਰ ਕੇ ਉਦੋਂ ਇੱਥੇ ਆਉਣਗੇ, ਉਦੋਂ ਦਰਸ਼ਨ ਹੋਣੇ ਹੈ। ਅਸੀਂ ਉਦੋਂ ਦੇ ਤੁਹਾਡੇ ਦਰਸ਼ਨਾਂ ਦੀ ਤਾਂਘ ਵਿੱਚ ਮਹਾਰਾਜ ਸਾਹਿਬ ਗੁਪਤ ਪ੍ਰਗਟ ਰੂਪ 'ਚ ਬੈਠੇ ਸਾਂ। ਪੁੱਛ ਕੀਤੀ ਜੇ ਸਾਨੂੰ ਕਿਵੇਂ ਪਤਾ ਲੱਗੂ ਵੀ ਨਿਰੰਜਨੀ ਜੋਤ ਆ ਗਈ ਹੈ? ਕਹਿੰਦੇ ਆ ਗੁੜਕਾ ਲੈ ਲਓ, ਜਿਹੜਾ ਅੱਜ ਕੱਲ੍ਹ ਲੋਹ ਪ੍ਰਕਾਸ਼ ਵਿੱਚ ਉਹਦੇ ਸਾਰਾ ਪ੍ਰਮਾਣ ਮਿਲਦਾ ਹੈ। ਇਹ ਤੁਹਾਡੇ ਪਾਸੋਂ ਮੰਗ ਕੇ ਲੈ ਲਓ, ਮਾਨਤ ਪੋਥੀ ਸਮਝ ਲਿਓ ਵੀ ਇਹ ਨਿਰੰਜਨੀ ਜੋਤ ਹੈ। ਕਲਗੀਆਂ ਵਾਲੇ ਪਿਤਾ ਕਿੰਨੇ ਕੁ ਤਪਸਵੀ ਨੇ, ਕਿੰਨੀ ਕੁ ਬੰਦਗੀ ਹੈ, ਤੇ ਕਿੰਨੇ ਕੁ ਜੁਗਾਂ ਦੀ ਹੈ। ਇਹ ਲੱਖਣ ਤੁਸੀਂ ਆਪ ਲਾ ਲਓ। ਉਸ ਮੌਕਾ ਮਹਾਰਾਜ ਸਾਹਿਬ ਨੂੰ ਉਹਨਾਂ ਨੇ ਮੰਗ ਕੀਤੀ, ਸਾਨੂੰ ਕੀ ਹੁਕਮ ਹੈ? ਕਹਿੰਦੇ ਤੁਹਾਡੀ 9 ਦਿਨ ਆਜੂ ਬਾਕੀ ਰਹਿ ਗਈ ਹੈ, ਉਹ ਭੋਗ ਕੇ ਸੱਚਖੰਡ ਨੂੰ ਜਾਓ। ਉਦੋਂ ਇੱਥੇ ਦਾ ਸੁਤੇ ਬੁੱਧ ਰਾਜਾ ਸੀ, ਗੋਬਿੰਦ ਨਗਰੀ ਇਹਦਾ ਨਾਂ ਸੀ, ਤੇ ਗੋਦਾਵਰੀ ਦੁੱਧ ਦੀ ਵਗਿਆ ਕਰਦੀ ਸੀ। ਤੇ ਮਹਾਰਾਜ ਸਾਹਿਬ ਨੇ ਕਿਹਾ ਸੀ, 9 ਆਨੰਦ ਜੀ ਤੁਹਾਡੀ ਬੜੀ ਪੁਰਾਣੀ ਬੰਦਗੀ ਹੈ, ਚੰਗੀ ਅਵਸਥਾ ਦੇ ਮਾਲਕ ਹੋ, ਪਰ ਸਾਡਾ ਫੈਸਲਾ ਮੁਕਤੀ ਦੇਣ ਲਈ ਅੰਮ੍ਰਿਤ ਹੈ। ਉਹਨਾਂ 9 ਆਨੰਦਾਂ ਨੂੰ ਕਲਗੀਆਂ ਵਾਲੇ ਪਿਤਾ ਨੇ ਅੰਮ੍ਰਿਤ ਛਕਾਇਆ, ਤੇ ਫਿਰ ਉਹਨਾਂ ਨੂੰ ਮੁਕਤੀ ਦੇ ਕੇ ਸੱਚਖੰਡ ਨੂੰ ਭੇਜਿਆ। 9 ਆਨੰਦਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਹੈ। ਬ੍ਰਹਮ ਗਿਆਨੀ
ਰਾਮ ਕੌਰ ਨੂੰ ਅੰਮ੍ਰਿਤ ਛਕਣ ਦੀ ਲੋੜ ਹੈ, ਬਿਰਧ ਮਾਤਾ ਨਾਨਕੀ ਗੁਜਰੀ ਨੂੰ ਅੰਮ੍ਰਿਤ ਛਕਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਦੀ ਅੰਸ਼ ਵਿੱਚੋਂ ਵੀ ਦੱਸਦੇ ਅੰਮ੍ਰਿਤ ਬੇਦੀਆਂ ਦੇ ਕੁਲ ਵਿੱਚ ਗੁਰਮੁਖਾਂ ਇਸ਼ਾਰਾ ਕੀਤਾ। ਜਿਹੜੇ ਬਾਬਾ ਕਲਾਧਾਰੀ ਜੀ ਹੋਏ ਨੇ ਉਹਨਾਂ ਬੇਨਤੀ ਕੀਤੀ ਸੀ, ਮਹਾਰਾਜ ਸਾਹਿਬ ਸਾਡੀ ਬੰਸ ਨਹੀਂ ਅੱਗੇ ਵੱਧਦੀ, ਪੋਤਰਾ ਨਹੀਂ ਪੈਦਾ ਹੁੰਦਾ। ਤਾਂ ਹਜ਼ੂਰ ਨੇ ਕਿਹਾ ਸੀ ਸਾਰੀਆਂ ਦੂਜੀਆਂ ਕੋਲਾਂ ਚੋਂ ਅੰਮ੍ਰਿਤ ਛਕ ਲਿਆ, ਤੁਹਾਡੀ ਕੋਲ ਚੋਂ ਕਿਸੇ ਅੰਮ੍ਰਿਤ ਨਹੀਂ ਛਕਿਆ, ਫਿਰ ਕੋਲ ਚੱਲੂਗੀ। ਫਿਰ ਅੰਮ੍ਰਿਤ ਛਕਿਆ ਸੀ, ਫਿਰ ਭਾਵ ਸਾਹਿਬ ਸਿੰਘ ਪੈਦਾ ਹੋਇਆ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਦੀਆਂ ਬਖਸ਼ਾਂ ਕਿਸੇ ਨੂੰ ਵੀ ਹਰਗ ਬਖਸ਼ ਮਾਫ ਨਹੀਂ, ਵੀ ਅੰਮ੍ਰਿਤ ਛਕਣ ਤੋਂ ਬਿਨਾਂ ਤੂੰ ਮੁਕਤ ਹੋ ਜਾਏਗਾ। ਇਸ ਪ੍ਰਕਾਰ ਨਾਲ ਅੰਮ੍ਰਿਤ ਛਕਾਇਆ ਸਾਰਿਆਂ ਨੂੰ ਜ਼ਰੂਰੀ ਹੈ। ਗੁਰਮੁਖਾਂ ਹੁਕਮ ਲਾਇਆ ਸੀ ਵੀ ਅੰਮ੍ਰਿਤ ਤੋਂ ਵਾਂਝੇ ਕਿਵੇਂ ਹੋ ਜਾਈਦਾ, ਛਕ ਕੇ ਗੁਰਮੁਖੋ ਉਹਨੇ 4 ਬਜਰ ਕਰੇ ਤਾਂ ਛੋਟੀਆਂ ਮੋਟੀਆਂ ਤੇ ਬੇਅੰਤ ਜੀਵ ਪਾਸੋਂ ਹੁੰਦੀਆਂ ਰਹਿੰਦੀਆਂ ਨੇ। ਉਹਨਾਂ 4 ਬਜਰ ਕਰਿਆ ਤਾਂ ਉਹ ਸਿੱਖ ਨਹੀਂ ਰਹਿ ਜਾਂਦਾ, ਜਾਂ ਤਾਂ ਫਿਰ ਉਹਨੂੰ ਸੋ ਦੁਬਾਰਾ ਅੰਮ੍ਰਿਤ ਛਕਣਾ ਪਊ, 5 ਪਿਆਰਿਆਂ ਪਾਸੋਂ ਤਨਖਾਹ ਲਵਾਉਣੀ ਪਊ, ਨਹੀਂ ਤੇ ਫਿਰ ਮੁਕਤ ਨਹੀਂ ਹੋ ਸਕਦਾ। ਇਹ ਜ਼ਰੂਰ ਹੈ ਵੀ ਨਰਕਾਂ 'ਚ ਨਹੀਂ ਪਊਗਾ। ਗ੍ਰੰਥਕਾਰ ਮਹਾਤਮਾ ਦੱਸਿਆ ਕਰਦੇ ਸੀ ਜਿਸ ਦੇ ਮੁਖ 'ਚ ਇੱਕ ਵਾਰੀ ਅੰਮ੍ਰਿਤ ਪੈ ਗਿਆ, ਪੂਰੀ ਰਹਿਤ ਨਹੀਂ ਨਿਭਾ ਸਕਿਆ, ਮੁਕਤ ਤੇ ਨਹੀਂ ਹੋਊ, ਪਰ ਨਰਕਾਂ 84 'ਚ ਨਹੀਂ ਜਾਊ। 10,000 ਵਾਰ ਉਹਨੂੰ ਮਨੁੱਖਾ ਜਨਮ ਦਿੱਤਾ ਜਾਊ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਸ ਕਰਕੇ ਗੁਰਮੁਖੋ ਏਡੀ ਮਹਿੰਗੀ ਅਣਮੁੱਲੀ ਦਾਤ ਤੋਂ ਵਾਂਝੇ ਰਹਿਣਾ ਇਹ ਕੋਈ ਸਿਆਣਪ ਦੀ ਗੱਲ ਨਹੀਂ। ਸੋ ਭਾਗਾਂ ਵਾਲੇ ਬਣੋ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨਹੀਂ ਬਣਨਾ, ਕਾਲ ਪੁਰਖ ਦੇ ਪੁਜਾਰੀ ਬਣਨਾ ਹੈ। ਮਹਾਰਾਜ ਸਾਹਿਬ ਕਾਲ ਪੁਰਖ ਦੇ ਭਾਵ ਆਪ ਸਰੂਪ ਸਨ ਤੇ 10ਵੀਂ ਜੋਤ ਜਿਨ੍ਹਾਂ ਦੀ ਮਹਿਮਾ ਆਪ ਜੀ ਸੁਣ ਚੁੱਕੇ ਹੋ ਵੀ ਕਿੰਨੀ ਕੁ ਤਪੱਸਿਆ ਤੇ ਕਿੰਨੀਆਂ ਕੁ ਯੁੱਗਾਂ ਦੀ ਹੈ। ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਜੇ ਬਿਦ ਮੋਹ ਆਨੋ, हेमकुंड पर्वत है जहाँ शब्द श्रृंग शोभत है तहाँ, सब श्रृंग तह नाम कहावा, पंड राज है जो कमावा, तह हम अधिक तपस्या साधी, महाकाल काल का आराधी। सो अधिक तो भाव कोई गिनती नहीं, महा बहुता काल समा काल पुरख की आराधना की ਤਾਂ ਉਹ ਕਲਗੀਆਂ ਵਾਲਾ ਪਿਤਾ ਕਾਲ ਪੁਰਖ ਦਾ ਭੇਜਿਆ ਸਾਨੂੰ ਅੰਮ੍ਰਿਤ ਦੀ ਦਾਤ ਦੇਣ ਲਈ ਤੇ ਮੁਕਤੀ ਦੇਣ ਲਈ, 84 ਤੋਂ ਬਚਾਉਣ ਲਈ ਇਸ ਧਰਤੀ ਦਾ ਸਰੀਰ ਲੈ ਕੇ ਪ੍ਰਗਟ ਹੋਏ। ਉਸ ਗੁਰੂ ਦੇ ਸਿੱਖ ਬਣ ਤੋਂ ਜੇ ਕੰਨੀ ਖਸਕਾਈ ਹੈ ਤੇ ਫਿਰ ਸਿਆਣਪ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਰਹਿਤਾਂ ਤੇ ਨਾਲ ਕਰਹਿਤਾਂ ਦੱਸੀਆਂ ਨੇ, ਇਹ ਨਹੀਂ ਹੋਣ ਦੇਣੀਆਂ ਕਿਹੜੀਆਂ, ਪੀਏ ਤੰਬਾਕੂ ਕੁੱਠਾ ਖਾਏ, ਪਰਤਰਿਆ ਭੋਗੇ ਕੇਸ ਮਨਾਏ, ਇਹ ਕਰਹਿਤਾਂ ਵੱਡੀਆਂ 4 ਕਰ ਬੈਠੇ ਸੋ ਹੋਏ ਖਵਾਰ। ਇਸ ਪ੍ਰਕਾਰ ਰੋਮਾਂ ਦੀ ਸਰੀਰ ਤੋਂ ਬੇਅਦਬੀ ਕਰਨੀ, ਪੈਰਾਂ ਤੋਂ ਲੈ ਕੇ ਸਿਰ ਤੱਕ ਕਿਤਿਓਂ ਵੀ ਘਸਾਉਣੇ ਜਾਂ ਮਨਾਉਣੇ ਜਾਂ ਧੌਲੇ ਚਗਾਉਣੇ, ਇਸ ਪ੍ਰਕਾਰ ਇਹ ਕਟਾਉਣੇ, ਇਹ ਬੱਜਰ ਕਰਹਿਤ ਹੈ। ਸੋ ਸਿੱਖੀ ਵੱਲੋਂ ਜੜ ਸੁੱਖੀ ਲਿਖਿਆ ਹੈ ਰਹਿਤਨਾਮਿਆਂ 'ਚ। ਜਿਹੜਾ ਰੋਮਾਂ ਦੀ ਬੇਅਦਬੀ ਸਰੀਰ ਤੋਂ ਕਰਦਾ ਹੈ, ਜਿਹੜਾ ਮੋਨਾ ਰਹਿਤ ਭਾਵ ਕੇਸ ਰੱਖ ਲੈਂਦਾ, ਉਹਦੀ ਜੜ ਹਰੀ ਲਿਖੀ ਹੋਈ ਹੈ। ਇਹ ਕਦੇ ਵੀ ਕੇਸ ਮਾਫ ਨਹੀਂ ਮਹਾਰਾਜ ਸਾਹਿਬ ਕਿਸੇ ਨੂੰ ਕਰਦੇ, ਕਿਉਂ ਸਾਬ ਰੱਬ ਦੀ ਬਣਾਈ ਸਾਬਰ ਸੂਰਤ ਹੈ। ਤੇ ਹੋਰ ਵੀ ਕਿਤੇ ਅੰਗ ਪਤੰਗ ਜਿਹੜੇ ਸਰੀਰ ਦੇ ਨੇ, ਜਿਵੇਂ ਆਮ ਸਾਡੀਆਂ ਬੱਚੀਆਂ ਨੂੰ ਬੀਬੀਆਂ ਨੂੰ ਆਦਤ ਪਈ ਹੁੰਦੀ ਹੈ ਨੱਕਾਂ 'ਚ ਜਾਂ ਕੰਨਾਂ 'ਚ ਛੇਕ ਪਾ ਲੈਂਦੀਆਂ। ਸਾਹਿਬਾਂ ਲਿਖ ਦਿੱਤਾ ਬੀਦੇ ਨਾਕ ਨਾ ਕੰਨ ਕੋ ਸਤਿਗੁਰ ਕੀ ਮਰਜ਼ਾਦ। ਜੇ ਗੁਰੂ ਮਰਜ਼ਾਦਾ ਮੰਨਣੀ ਹੈ, ਗੁਰੂ ਕਾ ਹੁਕਮ ਮੰਨਣਾ, ਫਿਰ ਸਾਬਰ ਸੂਰਤ ਨਹੀਂ ਕਦੇ ਵੀ ਵਿਗਾੜਨੀ ਚਾਹੀਦੀ। ਕਿੱਥੇ ਮੱਕੇ ਵਿੱਚ ਜਾ ਕੇ ਮੁਸਲਮਾਨਾਂ ਨੂੰ ਸਮਝਾਇਆ, ਰੱਖੇ ਮੂਏ ਹਲਾਲ ਖਾਏ, ਨਿਕਟ ਹਰਾਮ ਨਾ ਜਾਏ, ਸਭ ਸੰਸਾਰ ਕੀ ਕਿਆ ਚੱਲੇ ਤਿਸ ਤੇ ਡਰੇ ਖੁਦਾਏ। ਮੂਏ ਨਾਮ ਕੇਸਾਂ ਦਾੜੀਆਂ ਦਾ ਸਮਝ ਕੇਸਾਂ ਦਾੜੀ ਨੂੰ ਕਹਿੰਦੇ ਹੈ। ਇਹ ਰੱਖੇ ਸਾਬਰ ਸੂਰ ਰੱਬ ਦੀ ਬਣਾਈ ਹੋਈ ਤੇ ਹਲਾਲ ਹੱਕ ਦਾ ਖਾਏ, ਕਿਉਂਕਿ ਸੋ ਜਿਹੜਾ ਪਰਾਇਆ ਹੱਕ ਖਾਣਾ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਮ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਇਹ ਮੁਰਦਾ ਖਾਣ ਦੇ ਤੁਲ ਹੈ, ਤੇ ਸਾਬਰ ਸੂਰਤ ਰੱਖਣੀ ਇਹ ਰੱਬ ਦੇ ਨੇੜੇ ਹੋਣ ਦੀ ਲੋੜ ਹੈ, ਇਹ ਬਣਦੀ ਹੈ। ਇਸ ਪ੍ਰਕਾਰ ਸੋ ਕੁੱਠਾ ਨਹੀਂ ਖਾਣਾ, ਕਲਮਾ ਪੜ੍ਹ ਕੇ ਮੁਸਲਮਾਨ ਵੀਰ ਜਿਹੜਾ ਆਪਣਾ ਹਲਾਲ ਕਰਦੇ ਹੈ ਜੀਵ ਨੂੰ, ਕੇਸ ਨਹੀਂ ਮਨਾਉਣੇ, ਤੇ ਤੰਬਾਕੂ ਦੀ ਵਰਤੋਂ ਕੁਵਰਤੋਂ ਨਹੀਂ ਕਰਨੀ। ਇਹ ਤੇ ਇਹੋ ਜਿਹੀ ਬੂਟੀ ਹੈ ਵੀ ਜਿਹਦਾ ਕਿਸੇ ਯੁੱਗ ਵਿੱਚ, ਕਿਸੇ ਧਰਮ ਵਿੱਚ, ਕਿਸੇ ਗ੍ਰੰਥ ਵਿੱਚ, ਕਿਸੇ ਸਥਾਨ ਤੇ, ਕਿਸੇ ਮਤ ਵਿੱਚ ਕਦੇ ਵੀ ਇਹਨੂੰ ਥਾਂ ਨਹੀਂ, ਜਿਹਦਾ ਨਾਂ ਲੈਣ ਤੋਂ ਵੀ ਪਾਪ ਲੱਗਦਾ ਹੈ। ਇਸ ਪ੍ਰਕਾਰ ਪੀਏ ਤੰਬਾਕੂ ਜਿਹੜਾ ਪੀਂਦਾ ਹੈ ਜਾਂ ਨਾਸਾਂ 'ਚ ਲੈਂਦਾ ਹੈ ਜਾਂ ਧੂੰਆਂ ਚੰਘਦਾ ਹੈ, ਉਹ ਨਰਕਾਂ ਤੋਂ ਕਦੇ ਵੀ ਨਹੀਂ ਬਚ ਸਕਦਾ। ਉਹਦੇ ਕੀਤੇ ਪੁੰਨ ਤੇ ਜਪ ਤਾਪ ਖਤਮ ਨੇ। ਤੰਬਾਕੂ ਕੇ ਵਰਤਵੇ ਹੈ ਜਪ ਤਾਪ ਸਭ ਨਾਸ, ਜਿਉਂ ਚਨਕਾਰੀ ਅਗਨ ਕੀ ਪਰਤ ਪਰਾਨੇ ਘਾਸ,
ਤਨਕ ਤਮਾਕੂ ਸੇਵੀਏ, ਤਨਕ ਨਾਮ ਹੈ ਥੋੜੇ ਦਾ, ਜਿਹੜਾ ਸੇਵਨ ਕਰਦਾ ਹੈ। ਤਨਕ ਤਮਾਕੂ ਸੇਵੀਏ, ਦੇਵ ਪਿੱਤਰ ਤਜ ਜਾਏ, ਪਾਣੀ ਤਾਂ ਕੇ ਹਾਥ ਕਾ ਮਦਰਾ ਸਮ ਅਗਦਾਏ। ਉਹਦੇ ਹੱਥ ਨੂੰ ਛੁਆ ਦੇਵੇ ਤੇ ਪਾਣੀ ਸ਼ਰਾਬ ਦੇ ਬਰਾਬਰ ਹੈ। ਇਸ ਪ੍ਰਕਾਰ ਗੁਰਮੁਖੋ ਧੂਮਰ ਪਾਨੰ ਵਿਪਰੰਗ ਦਾੰਦ ਜੰਤੀ ਜੇ ਨਰਾ, ਦਾਤਾ ਨਰਕੇ ਰੌਰਿਓ ਬ੍ਰਾਹਮਣ ਗ੍ਰਾਮ ਸੋ ਸੂਕਰੈ। ਇਸ ਤਰ੍ਹਾਂ ਵੀ ਬਚਨ ਮਿਲਦੇ ਆ। ਧੂਮਰ ਪਾਨੀਆਂ, ਤੰਬਾਕੂ ਪੀਣ ਵਾਲੇ ਨੂੰ ਜਿਹੜਾ ਦਾਨ ਦਿੰਦਾ ਹੈ ਉਹ ਦਾਤਾ ਨਰਕਾਂ ਨੂੰ ਜਾਂਦਾ ਹੈ, ਤੇ ਜਿਹੜਾ ਦਾਨ ਲੈਣ ਵਾਲਾ ਜਾਂ ਤੰਬਾਕੂ ਪੀਣ ਵਾਲਾ ਹੈ ਉਹਨੂੰ ਤਾਂ ਸੂਰ ਦੀ ਜੂਨ ਮਿਲਦੀ ਹੈ, ਗੰਦਗੀ ਭਖਣ ਵਾਸਤੇ, ਸਫਾਈ ਕਰਨ ਵਾਸਤੇ। ਇਸ ਕਰਕੇ ਤੰਬਾਕੂ ਨਹੀਂ ਪੀਣਾ, ਕੇਸ ਨਹੀਂ ਮਨਾਉਣੇ, ਇਸ ਪ੍ਰਕਾਰ ਤੇ ਕੁੱਠਾ ਨਹੀਂ ਖਾਣਾ, ਤੇ ਪਰਤਰਿਆ ਗਾਮੀ ਵਿਕਾਰੀ ਨਹੀਂ ਬਣਨਾ। ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਕਿ ਸਾਹਿਬਾਂ ਲਿਖਤਾ ਹੈ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੈ, ਚਿਤ ਹਰਨੰ ਤਰੈ ਲੋਕ ਗੰਮੰ ਗੰਮੰ ਨਾਮ ਹੈ ਪਹੁੰਚਦੀ। ਇਸ ਕਾਮ ਦੀ ਪਹੁੰਚ ਤਿੰਨਾਂ ਲੋਕਾਂ ਤੱਕ ਹੈ। ਇਹ ਚਿੱਤ ਨੂੰ ਹਰ ਲੈਂਦਾ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਹੈ, ਮਗਤੇ ਤੋਂ ਲੈ ਕੇ ਰਾਜੇ ਤੱਕ ਹੈ। ਇਹ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੈ, ਸੋ ਚਿਤ ਹਰਨੰ ਤਰੈ ਲੋਕ ਗੰਮੰ ਜਪ ਤਪ ਸੀਲ ਵਿਧਾਰਨ ਹੈ। ਅਲਪ ਸੁਖ ਅਵਿਧ ਚੰਚਲੂਚ ਨੀਚ ਸਮਾਵਣੈ, ਤਾਂ ਭੈ ਬਿਮੁੰਚਤ ਸਾਧ ਸੰਗਮੋਠ ਨਾਨਕ ਨਾਰਾਇਣ ਹੈ। ਇਸ ਪ੍ਰਕਾਰ ਸਾਰੇ ਵੀਰ ਸਾਨੂੰ ਮਹਾਰਾਜ ਸਾਹਿਬ ਨੇ ਏਕਾ ਨਾਰੀ ਜਤੀ ਬਣਾਇਆ ਹੈ। ਸਾਡੀਆਂ ਬੱਚੀਆਂ ਨੂੰ ਸਤਵੰਤੀਆਂ ਬਣਾਇਆ, ਅੱਗ ਸੜਨ ਵਾਲੀਆਂ ਨਹੀਂ, ਪਤੀ ਦੇ ਪਿਆਰ 'ਚ ਜ਼ਿੰਦਗੀ ਨਿਭਾਉਣ ਵਾਲੀਆਂ, ਜਿਹੜੀਆਂ ਗੁਰੂ ਕੇ ਪੁੱਤਰੀਆਂ ਕਹਾਉਣ ਦਾ ਹੱਕ ਰੱਖਦੀਆਂ, ਮਾਣ ਰੱਖਦੀਆਂ, ਜਾਂ ਵੀਰ ਸਿੰਘ ਰੱਖਣ ਦਾ ਭਾਵ ਰੱਖਦੇ ਹਨ। ਇਸ ਪ੍ਰਕਾਰ ਇਹਨਾਂ ਚੌਹਾਂ ਬੱਜਰ ਕਰੈਤਾਂ ਤੋਂ ਬਚਣਾ ਹੈ। ਇਹਨਾਂ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ, ਮਵਾਫ ਨਹੀਂ। ਕਦੇ ਵੀ ਕਿਸੇ ਨੂੰ ਮਹਾਰਾਜ ਸਾਹਿਬ ਜੀ ਕਰਦੇ ਫਿਰ ਕਹਿੰਦੇ ਨੇ, ਰਾਖੇ ਜੋ ਇਸ ਰਹਿਤ ਕੋ ਸੋ ਮੇਰਾ ਮੈਂ ਤਾਸ, ਸੋ ਮੇਰਾ ਮੈਂ ਤਾਸ। ਜਿਹੜਾ ਇਸ ਰਹਿਤ ਨੂੰ ਰੱਖਦਾ ਉਹ ਮੇਰਾ, ਸੋ ਉਹ ਮੈਂ ਉਸਦਾ, ਉਹ ਮੇਰਾ, ਉਹ ਮੇਰਾ ਮੈਂ ਤਾਸ। ਸੋ ਆਏ ਹਮਾਰੇ ਪਾਸ ਆਦਿਕ ਪੰਕਤੀਆਂ ਨੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ ਕੀਤੀ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਚੇਰਾ ਕਿਹਨੂੰ ਕਹਿੰਦੇ ਹੈ? ਦਾਸ ਨੂੰ। ਮੈਂ ਉਹਦਾ ਦਾਸ ਹਾਂ ਤੇ ਉਹ ਮੇਰਾ ਸਾਹਿਬ ਹੈ। ਇਸ ਪ੍ਰਕਾਰ ਰਹਿਤ ਰਹਿਤ ਰਹਿ ਜਾਏ ਵਿਕਾਰਾ, ਵਿਕਾਰ ਰਹਿ ਜਾਂਦੇ ਨੇ। ਇਹਨਾਂ ਕਕਾਰਾਂ 'ਚ ਪ੍ਰਪੱਕ ਹੋਣਾ ਤੇ ਕਰੈਤਾ ਤੋਂ ਬਚਣਾ, ਇਸ ਪ੍ਰਕਾਰ ਗੁਰਮੁਖਾਂ ਨੇ ਹੁਕਮ ਲਾਇਆ ਹੈ। ਭਾਵੇਂ ਇਹਦੇ ਨਾਲ ਸੂਖਮ ਕਰੈਤਾ ਹੋਰ ਵੀ ਨੇ, ਸੂਖਮ ਨੇ, ਵੱਡੀਆਂ ਹੀ ਨੇ। ਕਿਹੜੀਆਂ? ਜਿਹੜਾ ਬੇਅਮਰਤੀਆਂ ਦਾ ਝੂਠਾ ਖਾਣਾ, ਬੜਾ ਭਾਰੀ ਜ਼ੋਰ ਹੈ ਝੂਠ ਦਾ, ਬੜਾ ਭਾਰੀ ਜ਼ੋਰ ਹੈ ਅੱਜ ਕੱਲ੍ਹ ਝੂਠ ਦਾ। ਇਹ ਦੋਨਾਂ ਚੀਜ਼ਾਂ ਦਾ ਬੜਾ ਭਰਮਾਰ ਹੈ। ਸਤਿਗੁਰੂ ਬਚਾਉਣ, ਕਾਲ ਤੇ ਕਦੇ ਕਿਸੇ ਚੀਜ਼ ਦਾ ਪਿਆ ਨਹੀਂ। ਬਾਣੀ ਦੀਆਂ ਪੰਕਤੀਆਂ, ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੇ ਪਾਸ, ਮਹਾਤਮਾ ਦੇ ਪਾਸ ਹੀ ਹੈ। ਸੱਚ ਤੇ ਸੁੱਚ ਤੇ ਨਾਲ ਜਿਹੜੀ ਸ਼ਰਾਬ ਹੈ, ਸ਼ਰ ਸ਼ਰਾਰਤ ਦਾ ਆਪ ਪਾਣੀ, ਇਸ ਨੂੰ ਨਹੀਂ ਪੀਣਾ। ਸੋ ਧਿਰਗ ਮਾਸ ਸ਼ਰਾਬ ਪਾਨ ਕਰ ਸੰਗ, ਧਿਰਗ ਆਪ ਕੋ ਸਿੰਘ ਕਹਾਵੇਂਗੇ। ਇਸ ਤਰ੍ਹਾਂ ਪੰਕਤੀਆਂ ਮਿਲਦੀਆਂ। ਜਿਵੇਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਮਿਲਦੇ ਨੇ। ਇਸ ਪ੍ਰਕਾਰ ਨਹੀਂ ਪਾਏ ਸ਼ਰਾਬ ਲਿਆਉਣੀ, ਨਹੀਂ ਪੀਣੀ ਤੇ ਨਹੀਂ ਪਿਉਣੀ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਹੋਰ ਵੀ ਬਚਨ ਮਿਲਦੇ ਨੇ। ਸੋ ਜੋ ਮਧਰਾ ਦਹਿਤਾ ਸ਼ਬਦ ਕੋਲ, ਭੰਗ ਦਹੇ ਤਨ ਏਕ, ਜਗਤ ਝੂਠ ਸਤ ਕੋਲਾਂ ਦਹੇ, ਨਿੰਦਾ ਦਹੇ ਅਨੇਕ। ਮਧਰਾ ਨਾਮ ਸ਼ਰਾਬ ਦਾ ਹੈ, 7 ਜਨਮ ਜਾਂ 7 ਕੋਲਾਂ ਨੁਕਸਾਨ ਕਰਦੀ ਹੈ, ਤੇ ਭੰਗ ਨੂੰ ਕੋਈ ਚੰਗੀ ਨਹੀਂ ਲਿਖਿਆ। ਸਰੀਰ ਸਿਥਲ ਬਣਾ ਦਿੰਦੀ ਹੈ, ਕਮਜ਼ੋਰ ਬਣਾ ਦਿੰਦੀ ਹੈ, ਦਲਿਦਰੀ ਬਣਾ ਦਿੰਦੀ ਹੈ। ਜਗਤ ਝੂਠ 7 ਕੋਲਾਂ, 7 ਦਾ ਅਰਥ 100 ਕਰਦੇ ਹਿੰਦੀ ਵਾਲੇ। ਇਹ ਜਗਤ ਝੂਠ ਤਮਾਕੂ 100 ਕੋਲ, ਤੇ ਨਿੰਦਾ ਦੀ ਤੇ ਕੋਈ ਗਿਣਤੀ ਨਹੀਂ ਕਿੰਨੀ ਕੁ ਮਾੜੀ ਹੈ। ਸੋ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜਿਤ ਪੀਤੇ ਖਸਮ ਵਿਸਰੇ, ਦਰਗਹਿ ਮਿਲੇ ਸਜਾਏ। ਝੂਠਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ। ਇਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਬਚਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਿਖੇ ਨੇ। ਦੁਰਮਤ ਮਦ ਜੋ ਪੀਵਤੇ, ਬਿਖਲੀ ਪਤ ਕਮਲੀ, ਨਾਮ ਰਸਾਨ ਜੋ ਰਤੇ, ਨਾਨਕ ਸੱਚ ਅਮਲੀ। ਅਮਲ ਪਰਮੇਸ਼ਰ ਦੇ ਨਾਮ ਦਾ ਜਾਂ ਪ੍ਰਸ਼ਾਦੇ ਦਾ ਹੀ ਹੋਣਾ ਚਾਹੀਦਾ ਹੈ। ਦੁਰਮਤ ਖੋਟੀ ਮਤ ਨੂੰ ਦੇਣ ਵਾਲੀ, ਬਰਲ ਸ਼ਰਾਬਪੁਣਾ ਪੈਦਾ ਕਰਨ ਵਾਲੀ ਇਹ ਸ਼ਰਾਬ ਜਿਹੜੀ ਹੈ ਇਹ ਨਹੀਂ ਕਦੇ ਵੀ ਪੀਣੀ। ਬੱਜਰ ਕਰਾਤ ਵਿੱਚ ਨਹੀਂ, ਪਰ ਇਹ ਨਹੀਂ ਪੀਣੀ। ਝੂਠ ਨਹੀਂ ਬੋਲਣਾ, ਸੋ ਠੱਗੀ ਨਹੀਂ ਮਾਰਨੀ, ਲੁੱਟਣਾ ਖੋਹਣਾ ਨਹੀਂ, ਤੇ ਬੇਅਮਰਤੀਆਂ ਦੀ ਜੂਠ ਨਹੀਂ ਖਾਣੀ। ਇਸ ਪ੍ਰਕਾਰ ਇਹ ਅੰਮ੍ਰਿਤ ਦੀ ਦਾਤ
ਛਕ ਕੇ ਕਕਾਰ ਰੱਖ ਕੇ ਤੇ ਨਾਲ ਇਹ ਗਰੇਜ ਵੀ ਮਹਾਰਾਜ ਸਾਹਿਬ ਨੇ ਬਖਸ਼ ਕੀਤਾ ਹੈ। ਇਸ ਗਰੇਜ ਵਿੱਚ ਵੀ ਰਹਿਣਾ ਬੜਾ ਭਾਰੀ ਜ਼ਰੂਰੀ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰਮੁਖਾਂ ਦੇ ਕਹਿਣ ਅਨੁਸਾਰ ਥੋੜ੍ਹੀ ਜਿਹੀ ਬੇਨਤੀ ਕੀਤੀ ਹੈ। ਭਾਵੇਂ ਰਹਿਤਾ ਤੇ ਕਰਹਿਤਾ ਹੋਰ ਵੀ ਬੇਅੰਤ ਪ੍ਰਕਾਰ ਕਹੀਆਂ ਸਮਝਾਈਆਂ ਤੇ ਸੁਣੀਆਂ ਜਾ ਸਕਦੀਆਂ ਨੇ। ਜਿਵੇਂ ਮੀਣਿਆਂ ਮਸੰਦੀਆਂ ਨਾਲ ਕੁੜੀ ਮਾਰ, ਨੜੀ ਮਾਰ, ਤੰਬਾਕੂ ਪੀਣ ਵਾਲਿਆਂ ਨਾਲ ਮੇਲ ਨਹੀਂ ਕਰਨਾ, ਪੰਜਾਂ ਦਾ ਵਿਸਾਹ ਨਹੀਂ ਕਰਨਾ, ਇਸ ਪ੍ਰਕਾਰ ਪੰਜਾਂ ਨਾਲ ਮੇਲ ਨਹੀਂ ਕਰਨਾ, ਇਹ ਸਭ ਕੁਝ ਰਹਿਤਨਾਮਿਆਂ ਚੋਂ ਮਿਲ ਜਾਂਦਾ ਹੈ ਜੋ ਕਲਗੀਧਰ ਪਿਤਾ ਦੇ ਹਜ਼ੂਰ ਰਹਿਣ ਵਾਲੇ ਸਿੱਖਾਂ ਨੇ ਕਥਨ ਕੀਤੇ ਨੇ। ਮਹਾਰਾਜ ਸਾਹਿਬ ਨੇ ਮੋਹਰ ਲਾਈ ਹੈ। ਉਹਨਾਂ ਨੂੰ ਪੜ੍ਹਨਾ ਬੜਾ ਭਾਰੀ ਸਿੱਖਾਂ ਲਈ ਤੇ ਪੜ੍ਹਾਉਣਾ ਬੱਚਿਆਂ ਲਈ ਬੜਾ ਭਾਰੀ ਜ਼ਰੂਰੀ ਹੈ। ਦਾਸ ਦਾ ਖਿਆਲ ਹੈ ਕਿ ਕੁਝ ਮਿੰਟ ਵੀਰ ਹੋਰ ਸਾਨੂੰ ਕਹਿ ਦੇਣ, ਫਿਰ ਆਪਾਂ ਸਮੇਂ ਦੇ ਨੇੜੇ ਆ ਰਹੇ ਹਾਂ, ਸਮਾਪਤੀ ਕਰਨੀ ਹੈ। ਦਾਸ ਵੱਲੋਂ ਇੰਨੀਆਂ ਬੇਨਤੀਆਂ ਸਵੀਕਾਰ ਕਰੋ। ਸੋ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਜੀ ਦੱਸ ਰਹੇ ਸਨ ਕਿਹੜੀਆਂ ਭੁੱਲਾਂ ਨੇ, ਕਰਹਿਤਾਂ ਨੇ ਜਿਹੜੀਆਂ ਇਨਸਾਨ ਤੋਂ ਜੇ ਹੋ ਜਾਵੇ ਤਾਂ ਦੁਬਾਰਾ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਚਾਹੀਦਾ ਹੈ। ਆਪ ਜੀ ਸੁਣਦੇ ਹੋ ਕਿ ਮੈਂ ਆਪ ਜੀ ਨੂੰ ਇਹ ਦੱਸਣਾ ਜ਼ਰੂਰੀ ਸਮਝਾਂਗਾ। ਕਈ ਵਾਰੀ ਅਸੀਂ ਮਨ ਦੇ ਵਿੱਚ ਇਸ ਗੱਲ ਤੋਂ ਜਾਗਦੇ ਰਹਿੰਦੇ ਹਾਂ ਵੀ ਜੇ ਮੈਂ ਪੰਜਾਂ ਪਿਆਰਿਆਂ ਨੂੰ ਦੱਸਿਆ ਤੇ ਹੋ ਸਕਦਾ ਮੇਰੀ ਇਸ ਗੱਲ 'ਚ ਹੱਤਕ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਆਪਾਂ ਲਕੋ ਰੱਖਦੇ ਹਾਂ। ਸੋ ਗੁਰੂ ਸਵਾਰਿਓ, ਸਾਨੂੰ ਕਦੀ ਵੀ ਜਿਹੜੀ ਕੋਈ ਵੀ ਭੁੱਲ ਹੋ ਗਈ ਹੈ, ਕਿਉਂ ਹਰ ਬੰਦਾ ਭੁੱਲਣਹਾਰ ਹੈ, ਪੰਜਾਂ ਪਿਆਰਿਆਂ ਕੋਲ ਸੱਚੋ ਸੱਚ ਦੱਸ ਦੇਣਾ ਚਾਹੀਦਾ, ਕਦੀ ਪਰਦਾ ਨਹੀਂ ਪਾਉਣਾ ਚਾਹੀਦਾ। ਜੇ ਅਸੀਂ ਉਸ ਗਲਤੀ ਤੇ ਪਰਦਾ ਪਾਵਾਂਗੇ, ਯਾਦ ਰੱਖੋ ਭੁੱਲ ਉਹ ਮਾਫ ਹੋਵੇਗੀ ਜਿਹੜੀ ਅਸੀਂ ਸੱਚ ਦੱਸ ਦਿੱਤੀ। ਪੰਜ ਪਿਆਰੇ ਤਨਖਾਹ ਲਾਉਣਗੇ, ਤਨਖਾਹ ਮੀਨਿੰਗ ਕੋਈ ਜਪਜੀ ਸਾਹਿਬ ਦੇ ਪਾਠ ਜਾਂ ਜੋ ਵੀ ਆਪਾਂ ਜੋੜੇ ਝਾੜਨੇ, ਭਾਂਡੇ ਮੰਨਣੇ, ਉਸ ਨੂੰ ਪੂਰੀ ਕਰਕੇ ਅਸੀਂ ਬਖਸ਼ੇ ਜਾਵਾਂਗੇ। ਜੇ ਉਸ ਭੁੱਲ ਨੂੰ ਨਾ ਦੱਸਿਆ, ਮਨ ਵਿੱਚ ਰੱਖ ਕੇ ਚਲੇਗਾ, ਸਾਡਾ ਦੁਬਾਰਾ ਸਥਾਈ ਕਰਾਉਣ ਦਾ ਕੋਈ ਫਾਇਦਾ ਨਹੀਂ। ਉਸ ਦਾ ਹਿਸਾਬ ਸਾਨੂੰ ਦਰਗਾਹ ਵਿੱਚ ਦੇਣਾ ਪਵੇਗਾ। ਇਸ ਵਾਸਤੇ ਕਦੀ ਭੁੱਲ ਕੇ, ਜਿਵੇਂ ਉਹਨਾਂ ਨੇ ਸਾਨੂੰ ਪੱਜਰ ਕਰਹਿਤਾਂ ਬਾਰੇ ਦਰਸਾਇਆ, ਹੁੱਕਾ ਹਜਾਮਤਾ ਲਾਲੋਹਰਾਰ, ਜਿਸ ਤਰ੍ਹਾਂ ਕੁੱਠੇ ਬਾਰੇ ਦੱਸ ਰਹੇ ਸਨ, ਮਾਸ ਕੋਈ ਵੀ ਗੁਰਬਾਣੀ ਅਨੁਸਾਰ ਸਾਨੂੰ ਖਾਣ ਦੀ ਆਗਿਆ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਰਹਿ ਰਹੇ ਨੇ। ਸੋ ਕਿਸੇ ਕਾਜੀ ਨੇ ਕੁਕੜੀ ਨੂੰ ਵੱਢਿਆ, ਕੁਦਰਤੀ ਹੱਥਾਂ ਵਿੱਚੋਂ ਛੁੱਟ ਗਈ, ਖੂਨ ਦੇ ਛੱਟੇ ਪੈ ਗਏ। ਨੌਕਰ ਨੂੰ ਕਹਿਣ ਲੱਗਾ ਵੀ ਚੋਲਾ ਜਿਹੜਾ ਪਿਟਿਆ ਗਿਆ। ਸਤਿਗੁਰੂ ਜੀ ਇਹ ਦੇਖ ਕੇ ਬਾਣੀ ਉਚਾਰੀ, ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਭਾਈ ਜੇ ਛੱਟੇ ਪੈਣ ਨਾਲ ਤੇਰਾ ਜਾਮਾ ਪਲੀਤ ਹੋ ਗਿਆ, ਇੰਨੀ ਵੱਡੀ ਇੱਕ ਕੁਕੜੀ ਖਾ ਕੇ ਤੇਰਾ ਮਨ ਪਵਿੱਤਰ ਕਿਵੇਂ ਰਹਿ ਸਕਦਾ ਹੈ। ਨਾਲੇ ਸਾਨੂੰ ਹੁਕਮ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥਾਂ ਦਾ ਇਸ਼ਨਾਨ ਹੈ ਕਿਸੇ ਜੀ ਤੇ ਦਇਆ ਕਰ ਦੇਣੀ। ਇਸ ਵਾਸਤੇ ਗੁਰਮਤਿ ਅਨੁਸਾਰ 36 ਪਦਾਰਥ ਦੇ ਹੁੰਦਿਆਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਇਹ ਖਾਣ ਦੀ ਆਗਿਆ ਨਹੀਂ ਹੈ। ਜੇ ਕੋਈ ਵੀ ਭੁੱਲ ਹੋ ਜਾਵੇ ਭੁਲੇਖੇ ਨਾਲ ਜਾਂ ਜਾਣ ਬੁੱਝ ਕੇ ਸਾਨੂੰ ਸੱਚ ਦੱਸ ਕੇ, ਸੋ ਜਿੰਨਾ ਵੀ ਛੇਤੀ ਹੋ ਸਕੇ ਆਪਣੀ ਦੁਬਾਰਾ ਜਿਹੜੀ ਹੈ ਉਹ ਸਦਾਈ ਕਰਾਉਣੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਹੀ ਮੈਂ ਜਿੱਥੇ ਸਮਾਂ ਨੇੜੇ ਆ ਗਿਆ ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਭੀਮ ਸਿੰਘ ਜੀ, ਤੁਸੀਂ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਵੀ ਜਿਸ ਤਰ੍ਹਾਂ ਅਕਾਲ ਚਰਨ ਚੱਲਿਆ, ਕੀ ਕਹਿਣਾ ਚਾਹੋਗੇ ਤੁਸੀਂ ਆਪ ਜੀ? ਇਹ ਤਾਂ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਅਕਾਲ ਚੈਨਲ ਦਾ। ਤੇ ਜਿਹੜਾ ਅਕਾਲ ਚੈਨਲ ਹੈ, ਜਿਹੜੇ ਸਿੱਖ ਧਰਮ ਦੀ ਜਿਹੜੀ ਆ ਦੂਰ ਦੂਰ ਤੱਕ ਜਿਹੜੇ ਉਹ ਮਤਲਬ ਵੱਖ-ਵੱਖ ਮੁਲਕਾਂ ਤੱਕ ਪ੍ਰੋਗਰਾਮ ਜਿਹੜਾ ਸਾਡਾ ਜਿਹੜਾ ਭੇਜ ਰਿਹਾ, ਜਿਹਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੀ ਜਿਹੜੀ ਆ ਅੰਮ੍ਰਿਤ ਦੀ ਜਿਹੜੇ ਜਦੋਂ ਜਿਹੜੀ ਦਾਤ ਪ੍ਰਾਪਤ ਕਰਨ ਵਾਸਤੇ ਜਿਹੜਾ ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ ਆ, ਇਹ ਸੁਣ ਕੇ ਉਹਨਾਂ ਦੇ ਵਿੱਚ ਵੀ ਭਾਵਨਾ ਪੈਦਾ ਹੋਊਗੀ ਤੇ ਉਹ ਇਸ ਬੰਨੇ ਸਿੱਖੀ ਵੱਲ ਆਉਣਗੇ। ਤੇ ਅਕਾਲ ਚੈਨਲ ਜਿਹੜਾ ਵਾ ਜਿੱਡਾ ਵੱਡਾ ਇਹ ਉਪਰਾਲਾ ਕਰ ਰਿਹਾ, ਜਿੱਡੀ ਵੱਡੀ ਸੇਵਾ ਕਰ ਰਿਹਾ, ਇਹ ਇਹਨਾਂ ਨੂੰ ਮਤਲਬ ਜਿਹੜੀ ਹੈ ਬਹੁਤ ਅਸੀਂ ਰਹਿਣੀ ਹੈ ਇਹਨਾਂ ਦੇ। ਤੁਸੀਂ ਇੰਡੀਆ ਜਾਣਾ, ਉੱਥੇ ਅਰਦਾਸ ਕਰਿਓ ਮਹਾਰਾਜ ਨੂੰ ਚੜ੍ਹਦੀ ਕਲਾ ਬਖਸ਼ੇ, ਮੈਂ ਵੀ ਚੜ੍ਹਦੀ ਕਲਾ ਵੀ ਬਖਸ਼ੇ ਅਕਾਲ ਚੈਨਲ ਨੂੰ। ਤੇ ਜਿੰਨੇ ਮਹਾਰਾਜ ਭਾਈ ਅਮਰੀਕ ਸਿੰਘ ਜਾਂ ਜਿੰਨੇ ਵੀ ਇਸ ਨੂੰ ਚਲਾ ਰਹੇ ਨੇ, ਮਹਾਰਾਜ ਉਹਨਾਂ ਨੂੰ ਵੀ ਸਾਰਿਆਂ ਨੂੰ ਗੁਰਸਿੱਖੀ ਬਖਸ਼ਿਓ ਤੇ ਗੁਰਮਤਿ ਅਨੁਸਾਰ ਇਹਨੂੰ ਚਲਾਉਣ ਦੀ ਤੁਸੀਂ ਜੇ ਤੋਂ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ ਤੇ ਮਹਾਰਾਜ ਜੀ ਆਪ ਗੁਰਮਤਿ ਅਨੁਸਾਰ ਇਹ ਸੋਝੀ ਦੇ ਕੇ ਜਿਸ ਕਾ ਕਾਰਤ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ, ਤੁਸੀਂ ਇਹ ਅਰਦਾਸ ਵੀ ਉੱਥੇ ਕਰਿਓ। ਸੋ ਮੇਰੇ ਸਤਿਕਾਰਯੋਗ ਜਸਮੇਰ ਸਿੰਘ ਜੀ ਹੁੱਟੀ, ਆਪ ਜੀ ਕੀ ਮੈਸੇਜ ਦਿਓਗੇ ਜੀ? ਮੈਂ ਇਹ ਥੋੜਾ ਕਹਿਣਾ ਚਾਹੁੰਦਾ, ਜਿੱਦਾਂ ਸਿੰਘ ਸਾਹਿਬ ਨੇ ਬਹੁਤ ਪਿਆਰ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਰਾ ਵਿਚਾਰ ਵਟਾਂਦਰਾ ਕੀਤਾ ਹੈਗਾ। ਸਿਰਫ ਮੈਂ ਥੋੜਾ ਸਾਇੰਟੀਫਿਕ ਤੌਰ ਤੇ ਜਿੱਦਾਂ ਜਿਹੜੀਆਂ ਕਰੈਤਾਂ ਬਾਰੇ, ਜਿੱਦਾਂ ਤੰਬਾਕੂ ਨਸ਼ਾ ਹੋ ਗਿਆ, ਇਹਦੇ ਬਾਰੇ ਸਾਇੰਸ ਨੇ ਹੁਣ ਸਭ ਕੁਝ ਮਹਿਸੂਸ ਕਰਕੇ ਤਾਂ ਹੁਣ ਕਿੰਨੇ ਵਾਰਨਿੰਗ ਨੋਟਿਸ ਲਾਏ ਹੋ ਸਿਗਰਟ ਬੋਟਾਂ, ਸਿਗਰਟਾਂ ਦੀਆਂ ਡੱਬੀਆਂ ਤੇ, ਸ਼ਰਾਬਾਂ ਤੇ। ਹਾਂਜੀ, ਇਸੇ ਤਰ੍ਹਾਂ ਹੀ ਜਿਹੜਾ ਪਰ ਨਾਰੀ ਪਰ ਪੁਰਸ਼ ਦੇ ਨਾਲ ਜਿਹਦੇ ਕਿੰਨੀਆਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ, ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ, ਲਾ ਇਲਾਜ ਨੇ। ਲਾ ਇਲਾਜ ਉਹ ਇੰਨੀ ਦੂਰ ਅੰਦੇਸ਼ੀ ਸੀ। ਵੇਖੋ ਖਾਲਸੇ ਨੂੰ ਕਿੰਨਾ ਸੱਚਾ ਸੁੱਚਾ ਰੱਖਿਆ ਸ਼ੁਰੂ ਤੋਂ। ਵੇਖੋ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ
ਉਦੋਂ ਪਹਿਲਾਂ ਮਹਾਰਾਜ ਨੇ ਲਿਖ ਦਿੱਤਾ, ਸੁਧ ਜਬ ਤੇ ਹਮ ਤਰੀ ਬਚਨ ਗੁਰਦੈ ਹਮਾਰੇ, ਪੂਤ ਹੈ ਪ੍ਰਾਣ ਤੋਹਿ ਪ੍ਰਾਣ ਜਬ ਲਗ ਗੜ ਥਾਰੇ, ਨਿਜ ਨਾਰੀ ਕਾ ਸਾਥ ਨੇਹੁ ਤੁਮ ਨਿਤ ਬੜਾਈਓ, ਪਾਰ ਨਾਰੀ ਕੀ ਸੇਜ ਭੂਲ ਸੁਪਨੇ ਨਾ ਜੀਓ। ਵੇਖੋ ਕਿੰਨੇ ਸਾਲ ਪਹਿਲਾਂ ਮਹਾਰਾਜ ਨੇ ਸਾਨੂੰ ਅਲਰਟ ਕਰਤਾ, ਜਿਹੜਾ ਸਾਇੰਸ ਅੱਜ ਇਹ ਗੱਲ ਕਹਿੰਦੀ ਵੀ ਇਸ ਤੋਂ ਬਚੋ। ਹਾਂਜੀ ਆਪ ਜੀ। ਹਾਂਜੀ, ਬਾਕੀ ਜਿਹੜਾ ਅਕਾਲ ਚੈਨਲ ਇਸ ਅੰਮ੍ਰਿਤ ਬਾਰੇ ਜਿਹੜਾ ਪ੍ਰੋਗਰਾਮ ਕਰ ਰਿਹਾ, ਬਹੁਤ ਮੈਂ ਮਹਿਸੂਸ ਕਰਦਾ ਵੀ ਇਹਦੀ ਬਹੁਤ ਲੋੜੀਂਦਾ ਸੀਗਾ। ਤਾਂ ਸਰ ਮਹਾਰਾਜ ਕਿਰਪਾ ਕਰਨ ਇਹ ਚੈਨਲ ਇਸੇ ਤਰ੍ਹਾਂ ਇਹ ਹੋਰ ਵਿਸ਼ੇ ਨੂੰ ਇਹਨੂੰ ਵਡੇਰੇ ਤੌਰ ਤੇ ਵਿਸਥਾਰ 'ਚ ਕੀਤਾ ਜਾਵੇ ਤਾਂ ਬਹੁਤ ਚੰਗੀ ਗੱਲ ਹੋਵੇ। ਠੀਕ ਹੈ, ਚਲੋ ਉਹ ਅਰਦਾਸ ਸਤਿਗੁਰੂ ਜੀ ਦੇ ਅੱਗੇ ਅਰਦਾਸ ਹੈ ਕਿ ਮਹਾਰਾਜ ਇਸ ਨੂੰ ਤੁਸੀਂ ਆਪ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਓ। ਸੋ ਮੈਂ ਅਖੀਰ ਦੇ ਵਿੱਚ ਸਰੋਤੇ ਜਨਾਂ ਨੂੰ ਬੇਨਤੀ ਕਰਾਂਗਾ, ਇਹ ਜੋ ਪ੍ਰੋਗਰਾਮ ਮੈਂ ਅੰਮ੍ਰਿਤ ਗੁਰ ਤੇ ਪਾਇਆ, ਹਰ ਸੈਟਰਡੇ ਸ਼ਾਮ ਨੂੰ 7 ਤੋਂ 8 ਆਪ ਜੀ ਦੇਖ ਸਕਦੇ ਹੋ। ਨਾਲ ਦੀ ਨਾਲ ਆਪ ਸਾਨੂੰ ਸੁਝਾਅ ਵੀ ਦਿਓ ਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਸਤੇ ਵੀ ਦਾਸ ਨਾਲ ਸੰਪਰਕ ਕਰੋ ਜੀ। ਸੋ ਦਾਸ ਦਾ ਨੰਬਰ ਆਪ ਜੀ ਨੂੰ ਪਤਾ ਹੋਵੇਗਾ, ਤੁਸੀਂ ਲੈ ਵੀ ਸਕਦੇ ਹੋ, ਤਾਂ ਫਿਰ ਵੀ ਮੈਂ ਦੱਸ ਦੇਣਾ 075 333 16129। ਦੁਬਾਰਾ ਮੈਂ ਦੱਸ ਦੇਣਾ ਜੀ 075 333 16129। ਆਪ ਜੀ ਸਾਨੂੰ ਜ਼ਰੂਰ ਇਹ ਸੁਝਾਅ ਵੀ ਦਿਓ ਇਸ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਾਸਤੇ, ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਸਤੇ ਵੀ ਤੁਸੀਂ ਦਾਸ ਨਾਲ ਸੰਪਰਕ ਕਰੋ ਤੇ ਆਪਾਂ ਇਸ ਦੀ ਰਲ ਕੇ ਇਸ ਗੁਰਮਤਿ ਦਾ ਜਿਹੜਾ ਪ੍ਰਚਾਰ ਇਸ ਨੂੰ ਕਰਕੇ ਤੇ ਇਸ ਪ੍ਰੋਗਰਾਮ ਦੇ ਨਾਲ ਆਪਾਂ ਹਰ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਅੱਡੋ ਅੱਡ ਗੁਰੂ ਘਰਾਂ ਦੇ ਵਿੱਚ ਨਾਲ ਦੇ ਨਾਲ ਜੋ ਅੰਮ੍ਰਿਤ ਦੀ ਲਹਿਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਦਾਸ ਤੋਂ ਮਹਾਰਾਜ ਨੇ ਜਿੱਥੇ ਗੁਰਦੁਆਰਾ ਗੁਰੂ ਹਰਿ ਸਾਹਿਬ 3 ਸਾਲ ਸੇਵਾ ਲਈ ਹੈ ਤੇ 19 ਵਾਰੀ ਅੰਮ੍ਰਿਤ ਸੰਚਾਰ ਹੋਇਆ, 837 ਪੁਰਾਣੇ ਗੁਰੂ ਵਾਲੇ ਬਣੇ। ਸੋ ਹੁਣ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਦੇ ਹੁਕਮ ਦੇ ਅੰਦਰ ਜਿਵ ਜਿਵ ਹੁਕਮ ਤੇ ਵਿਕਾਰ, ਸੋ ਮਹਾਰਾਜ ਨੇ ਕਿਰਪਾ ਕੀਤੀ ਖੁੱਲ੍ਹ ਕੇ ਪ੍ਰਚਾਰ ਮਹਾਰਾਜ ਕਰਾਉਣ। ਤੇ ਆਪਾਂ ਜਿਹੜਾ ਹੁਣ ਪਹਿਲਾ ਪ੍ਰੋਗਰਾਮ ਅੰਮ੍ਰਿਤ ਸੰਚਾਰ ਦਾ ਰੱਖਿਆ ਉਹ ਗੁਰਦੁਆਰਾ ਸਾਊਥ ਬਰਮਿੰਘਮ ਦੇ ਵਿੱਚ, ਜਿਸ ਨੂੰ ਗੁਰੂ ਨਾਨਕ ਗੁਰਦੁਆਰਾ ਸਟੈਫ ਰੋਡ ਹੈ, ਉੱਥੇ 3 ਨਵੰਬਰ ਦੀਵਾਲੀ ਵਾਲੇ ਦਿਨ ਤੋਂ ਲੈ ਕੇ ਸ਼ਾਮ ਤੋਂ 7 ਤੋਂ 8 ਆਪਾਂ ਸਿਮਰਨ ਆਰੰਭ ਕਰਨਾ ਹੈ 15 ਨਵੰਬਰ ਤੱਕ। ਅੱਡੋ ਅੱਡ ਜਿੰਦੇ ਵਿੱਚ ਜਥੇ ਭਾਗ ਲੈਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਾਮ ਨੂੰ ਸਿਮਰਨ ਦੇ। ਤੇ 15 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਜੋ 25 ਸਿੰਘਾਂ ਨੇ ਰਲ ਕੇ ਕਰਨਾ ਹੈ। 17 ਨਵੰਬਰ ਨੂੰ ਭੋਗ ਪ੍ਰੰਤ ਸੋ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਕੋਈ ਵੀ ਸਮਾਗਮ ਕਰਾਉਣ ਦਾ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ, ਸੋ ਇਹਨਾਂ ਦਾ ਲਾਭ ਹਰ ਗੁਰੂ ਘਰ ਵਿੱਚ ਵੀ ਕੋਈ ਪ੍ਰੋਗਰਾਮ ਗੁਰਮਤਿ ਦਾ ਕਰਾਇਆ ਜਾਵੇ, ਕਿਤੇ ਵੀ ਕਰਾਇਆ ਜਾਵੇ, ਨਾਲ ਅੰਮ੍ਰਿਤ ਸੰਚਾਰ ਜ਼ਰੂਰ ਹੋਣਾ ਚਾਹੀਦਾ। ਕਿਉਂ ਕੋਈ ਫਸਲ ਬੀਜੀ ਜਾਂਦੀ ਹੈ, ਜ਼ਿਮੀਂਦਾਰ ਉਸ ਦੀ ਝਾੜ ਦਾ ਵੇਖਦਾ ਵੀ ਕਿੰਨੀ ਨਿਕਲੀ ਹੈ, ਤੇ ਗੁਰਮਤਿ ਸਮਾਗਮ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਇਹਦੇ ਵਿੱਚੋਂ ਕਿੰਨੇ ਗੁਰੂ ਵਾਲੇ ਬਣੇ ਨੇ। ਸੋ ਉਹ ਆਪਾਂ ਜਿਹੜਾ ਸਮਾਗਮ ਹੈ ਉਹ ਸਟੈਫ ਰੋਡ ਰੱਖਿਆ ਹੋਇਆ ਹੈ। 15 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਤੇ 17 ਨਵੰਬਰ ਨੂੰ ਭੋਗ ਮੰਨਤ ਭਾਰੀ ਅੰਮ੍ਰਿਤ ਸੰਚਾਰ ਇਸ ਵਾਰੀ ਹੋ ਰਿਹਾ ਹੈ। ਅੰਮ੍ਰਿਤ ਛਕਣ ਵਾਲੇ ਵੀ ਸਾਡੇ ਨਾਲ ਦਾਸ ਨਾਲ ਸੰਪੂਰਨ ਫੋਨ ਤੇ ਸੰਪਰਕ ਕਰ ਸਕਦੇ ਹੋ, ਨਾਮ ਲਿਖਾ ਸਕਦੇ ਹੋ। ਤੇ ਅੰਮ੍ਰਿਤ ਬਰਾਕੀਆਂ ਨੇ ਕੇਸੀ ਇਸ਼ਨਾਨ ਕਰਕੇ ਆਉਣਾ, ਕਕਾਰ ਉਹਨਾਂ ਨੂੰ ਸਾਰੇ ਮਿਲਣਗੇ ਉੱਥੋਂ, ਬੜੇ ਸੋਹਣੇ ਕਕਾਰ ਜਿਹੜੇ ਭਿੰਡਰਾਂ ਦੀਆਂ ਬਣੀਆਂ ਹੋਈਆਂ ਕਿਰਪਾਨਾਂ, ਸ੍ਰੀ ਸਾਹਿਬ ਸਾਰੇ ਕਕਾਰ ਵੀ ਦਿੱਤੇ ਜਾਣਗੇ। ਤੇ ਅੰਮ੍ਰਿਤ ਛਕ ਕੇ ਆਪਾਂ ਇਸ ਪ੍ਰੋਗਰਾਮ ਨੂੰ ਸਫਲ ਵੀ ਕਰੀਏ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਧੀਆਂ ਬਣੀਏ। ਸੋ ਸਾਡੇ ਤੋਂ ਇਹ ਪ੍ਰੋਗਰਾਮ ਜਿੰਨਾ ਵੀ ਸੀ, ਮੈਂ ਅਖੀਰ ਵਿੱਚ ਗਿਆਨੀ ਜੀ ਤੁਸੀਂ ਕੋਈ ਆਖਰੀ ਮੈਸੇਜ ਸੰਗਤਾਂ ਨੂੰ ਆਪ ਜੀ? ਮੈਸੇਜ ਇਹੀ ਹੈ ਵੀਰ ਜੀ, ਬਹੁਤ ਸ਼ਲਾਘਾਯੋਗ ਉਦਮ ਇਹਨਾਂ ਗੁਰਮੁਖਾਂ ਨੇ ਕੀਤਾ। ਇੱਕ ਤੇ ਅਕਾਲ ਪੁਰਖ ਦੇ ਨਾਂ ਤੇ ਇਹ ਚੈਨਲ ਚਲਾਇਆ, ਜਿਵੇਂ ਸਿੱਖਾਂ ਦਾ ਇਹ ਮੂਲ ਮੰਤਰ ਹੈ ਰੋਜ਼ ਦਾ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਪ੍ਰਕਾਰ ਅਕਾਲ ਪੁਰਖ ਸਰਬ ਸ੍ਰਿਸ਼ਟੀ ਦਾ ਮਾਲਕ ਹੈ। ਉਹ ਕੋਈ ਬੰਦਾ ਨਹੀਂ, ਉਹ ਕੋਈ ਵਿਅਕਤੀ ਨਹੀਂ, ਉਹ ਕੋਈ ਜੰਮਣ ਮਰਨ ਵਾਲਾ ਨਹੀਂ, ਉਹ ਵਧਣ ਘਟਣ ਵਾਲਾ ਨਹੀਂ। ਅਕਾਲ ਪੁਰਖ ਦੀ ਗੱਲ ਕਰਨੀ ਜਾਂ ਸਿੱਖੀ ਦੀ ਜਾਂ ਫਤਿਹ ਬੁਲਾਉਣੀ ਜਾਂ ਵਾਹਿਗੁਰੂ ਮਤ ਜਾਂ ਅੰਮ੍ਰਿਤ ਦੀ ਇੰਡੀਆ ਵਿੱਚ ਚੱਲਦੇ ਨੇ ਤੇ ਕੋਈ ਬੋਲ ਹੀ ਨਹੀਂ ਸਕਦਾ, ਨਾ ਬੋਲਣ ਦਿੰਦੇ ਨੇ। ਸੋ ਧੰਤਾ ਯੋਗ ਨੇ ਵੀਰ, ਸਤਿਗੁਰੂ ਕਿਰਪਾ ਕਰਨ ਇਹ ਸੇਵਾ ਦਾ ਫਲ ਇਹਨਾਂ ਨੂੰ ਪ੍ਰਾਪਤ ਹੋਵੇ। ਸਿੱਖੀ ਦੀਆਂ ਗੂੰਜਾਂ ਤੇ ਗੁਰੂ ਕਿਰਪਾ ਨਾਲ ਪੈਣੀਆਂ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਬਚਨ ਨੇ ਕਰਨੀ ਨਾਮੇ ਦੇ, ਉਹਦੇ ਅਸ ਤੱਕ ਰਾਜ ਹੋਏ ਹੋਰ ਨਾ ਰਹੀ ਸੀ ਕੋਏ, ਰਜਤ ਹੋਏ ਸਭ ਹੀ ਧਰਤੀ ਉੱਪਰ ਜੋਏ। ਜੋ ਪੜ੍ਹਦੇ ਆ ਨਾ ਰਾਜ ਕਰੇਗਾ ਖਾਲਸਾ, ਐਸ ਕਲਯੁਗੀ ਰਾਜ ਦੀ ਇਹ ਗੱਲ ਨਹੀਂ, ਇਹ ਭੁਲੇਖਾ ਤੁਹਾਡਾ ਦੂਰ ਹੋਣਾ ਚਾਹੀਦਾ ਹੈ। ਕਰਨੀ ਨਾਮੇ 'ਚ ਲਿਖਿਆ ਸੱਚੇ ਸਾਹਿਬ ਦੇ ਰਾਜ ਵਿੱਚ ਸਤਯੁਗ ਹੋਸੀ ਆਣ, ਤਾਬਿਆ ਚੱਲੇ ਜੋ ਪੰਥ ਕੀ ਖਾਏ ਨਾ ਜਮਕਾ ਬਾਣ। ਇਸ ਪ੍ਰਕਾਰ ਗੁਰਮੁਖੋ 1400 ਸਾਂਸ ਵਰਸ ਇਹ ਸਤਯੁਗ ਵਰਗਾ ਸੱਚਾ ਸੁੱਚਾ ਰਾਜ ਹੋਣਾ ਹੈ। ਸਿੱਖੀ ਧਾਰਨ ਕਰੋ ਤੇ ਇੱਕ ਦੂਜੇ ਨਾਲ ਮਿਲ ਕੇ ਚੱਲੋ, ਈਰਖਾ ਦਵੈਤ ਮਨਾਂ ਚੋਂ ਕੱਢੋ
ਤੇ ਇਸ ਪ੍ਰਕਾਰ ਜੋ ਸਿੱਖੀ ਦੀਆਂ ਨਿਸ਼ਾਨੀਆਂ ਦਸੀਆਂ ਆਪ ਜੀ ਨੂੰ, ਇਸ ਉਹਨਾਂ ਨੂੰ ਧਾਰਨ ਸਾਰੇ ਵੀਰ ਮਾਈ ਭਾਈ ਕਰੋ। ਇਸ ਪ੍ਰਕਾਰ ਰਹਿਤਾ ਚ ਰਹੋ ਤੇ ਕਰਹਿਤਾ ਤੋਂ ਬਚੋ ਤੇ ਨੇਕ ਕਮਾਈ ਤਗੜੇ ਹੋ ਕੇ ਕਰੋ, ਨਸ਼ਿਆਂ ਤੇ ਵਿਸ਼ਿਆਂ ਤੋਂ ਬਚੋ, ਸੱਚਾ ਤੇ ਮਿੱਠਾ ਬੋਲੋ। ਬਸ ਇਹੀ ਆਖਰੀ ਉਪਦੇਸ਼ ਆ ਸਾਰਿਆਂ ਵੀਰਾਂ ਦੇ ਤਾਈਂ। ਬਹੁਤ ਬਹੁਤ ਸਾਡੇ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਦਾ, ਮੇਰੇ ਵੀਰ ਜੀ ਭੀਮ ਸਿੰਘ ਉਹਨਾਂ ਦਾ, ਤੇ ਮੇਰੇ ਵੀਰ ਜੀ ਜਸਮੇਰ ਸਿੰਘ ਹੋਠੀ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ। ਹੋਰ ਵੀ ਸਰੋਤੇ ਜਨਾਂ ਨੂੰ ਬੇਨਤੀ ਕਰਾਂਗਾ, ਪਿਆਰਿਓ ਅਸੀਂ ਕੋਈ ਪੂਰੇ ਨਹੀਂ ਗੇ, ਅਸੀਂ ਹਰ ਬੰਦਾ ਭੁੱਲਣਹਾਰ ਹੈ। ਕੋਈ ਕੰਮ ਕਰੇਗਾ ਤਾਂ ਭੁੱਲ ਹੋਵੇਗੀ, ਜਿਹਨੇ ਨਹੀਂ ਕਰਨਾ ਕਿਵੇਂ ਹੋਵੇਗੀ। ਸਾਨੂੰ ਜ਼ਰੂਰ ਸੁਝਾਅ ਵੀ ਦਿਓ, ਇਸ ਪ੍ਰੋਗਰਾਮ ਨੂੰ ਅੱਗੇ ਲਿਜਾਣ ਵਾਸਤੇ ਆਪ ਸਾਥ ਵੀ ਦਿਓ। ਜੇ ਸਾਡੀ ਕੋਈ ਤਰੁੱਟੀ ਹੋਵੇ ਆਪ ਜੀ ਜ਼ਰੂਰ ਦੱਸਣ ਦੀ ਵੀ ਕਿਰਪਾ ਕਰਿਓ ਜੀ। ਸਾਡੀਆਂ ਭੁੱਲਾਂ ਨੂੰ ਨਾ ਚਿਤਾਰਿਓ ਜੀ, ਬਚਨ ਗੁਰੂ ਕੇ ਜਾਣ ਕੇ ਮਨ ਵਿੱਚ ਵਸਾਇਓ। ਸੋ ਆਓ ਆਪਾਂ ਸਾਰੇ ਹੀ ਏਕ ਪਿਤਾ ਏਕ ਸਖੀ ਹਮ ਬਾਰਕ, ਤੂੰ ਮੇਰਾ ਗੁਰਹਾਈ, ਉਸ ਇੱਕ ਪਿਤਾ ਨਾਲ ਜੁੜੀਏ ਜਿਸ ਪਿਤਾ ਨੇ ਸਰਬੰਸ ਵਾਰ ਕੇ ਸਾਨੂੰ ਸਿੱਖੀ ਦਿੱਤੀ ਹੈ। ਅੱਜ ਦੇਸਾਂ ਵਿਦੇਸਾਂ ਵਿੱਚ ਰਹਿੰਦਿਆਂ ਹੋਇਆਂ ਇਸ ਸਿੱਖੀ ਨੂੰ ਸੰਭਾਲੀਏ। ਸੋ ਆਪਣੇ ਬੱਚਿਆਂ ਨੂੰ ਸਾਬਤ ਸੂਰਤ ਕਰੀਏ, ਇਹਨਾਂ ਨੂੰ ਜ਼ਰੂਰ ਆਪਣੀ ਮਾਂ ਬੋਲੀ ਨਾਲ ਜੋੜੀਏ ਜੀ। ਮਾਂ ਤੋਂ ਦੂਰ ਨਾ ਹੋਈਏ, ਮਾਂ ਨਾਲ ਜੁੜੇ ਰਹੀਏ। ਮਾਂ ਹੈ ਸਾਡੀ ਮਾਂ ਬੋਲੀ, ਘਰਾਂ ਵਿੱਚ ਬੋਲੀਏ, ਬਹੁਤ ਜ਼ਰੂਰੀ ਹੈ। ਜੇ ਮਾਂ ਨਾਲੋਂ ਟੁੱਟ ਜਾਵਾਂਗੇ ਗੁਰੂ ਨਾਲੋਂ ਦੂਰ ਹੋ ਜਾਵਾਂਗੇ। ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਸਮਾਂ ਦੇਈਏ ਜੀ, ਕੰਮ ਵਿੱਚੋਂ ਕੱਢ ਕੇ ਗੁਰੂ ਘਰ ਲੈ ਕੇ ਜਾਓ, ਗੁਰਮਤਿ ਕਲਾਸਾਂ ਅਟੈਂਡ ਕਰਾਓ, ਜਿੱਥੇ ਵੀ ਕੈਂਪ ਲੱਗਦਾ ਇਹਨਾਂ ਨੂੰ ਲੈ ਕੇ ਜਾਓ ਜੀ। ਸੋ ਸਾਨੂੰ ਨਾਲ ਦੀ ਨਾਲ ਆਪ ਜੀ ਜ਼ਰੂਰ ਸਹਿਯੋਗ ਦਿਓ। ਸੋ ਸਾਨੂੰ, ਅਸੀਂ ਆਪ ਜੀ ਤੋਂ ਸਿੱਖਣ ਵਾਸਤੇ ਹਾਜ਼ਰ ਹੋਏ ਹਾਂ, ਨਾ ਕਿ ਆਪ ਜੀ ਨੂੰ ਸਿਖਾਉਣ ਵਾਸਤੇ। ਇਸ ਵਾਸਤੇ ਜ਼ਰੂਰ ਸਾਡੀਆਂ ਭੁੱਲਾਂ ਨੂੰ ਆਪ ਜੀ ਨਾ ਚਿਤਾਰੋਗੇ, ਸਾਨੂੰ ਦੱਸਦੇ ਰਹੋਗੇ। ਸੋ ਪ੍ਰੋਗਰਾਮ ਪੇਸ਼ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਗੁਰਮਤਿ ਅਨੁਸਾਰ ਕੁਝ ਸੁਣਿਆ ਆਪ ਜੀ ਹਿਰਦੇ ਧਾਰਨ ਕਰਿਓ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਸੋ ਆਏ ਹੋਰ ਸਾਡੇ ਗੁਰਮੁਖ ਪਿਆਰਿਆਂ ਦਾ, ਅੱਗੇ ਤੋਂ ਵੀ ਇਸੇ ਤਰ੍ਹਾਂ ਆਪ ਜੀ ਦਰਸ਼ਨ ਦਿਓ ਜੀ। ਭੁੱਲਾਂ ਦੀ ਖਿਮਾ ਬਖਸ਼ਦੇ ਆਓ। ਗੁਰੂ ਪਿਤਾ ਜੀ ਦੀ ਬਖਸ਼ਿਸ਼ ਦੀ ਸਾਂਝ ਪਾਈਏ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਮਾਤਾ ਸਾਹਿਬ ਗੁਰ ਦੇ ਪੁੱਤਰ ਧੀਓ, ਅੰਮ੍ਰਿਤ ਛਕ ਕੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।